ਪੀਵੈ ਸੁਣ ਸ਼ਬਦ ਵਿਚਾਰਾ, ਪੀਵੈ ਸੁਣ ਸ਼ਬਦ ਵਿਚਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 274 ਦੇ ਉੱਪਰ ਅੰਕਿਤ ਸੁਖਮਨੀ ਸਾਹਿਬ ਜੀ ਦੀ ਬਾਣੀ। ਅੱਜ ਦੀ ਇਸ ਅਸ਼ਟਪਦੀ ਨੂੰ ਸਮਝਣ ਵਾਸਤੇ ਇਹ ਗੱਲ ਮਨ 'ਚ ਵਸਾ ਲੈਣੀ। ਦੁਨੀਆ ਤੇ ਵੱਖ-ਵੱਖ ਧਰਮ ਸਨ। ਉਹ ਧਰਮਾਂ ਦੀ ਵੱਖ-ਵੱਖ ਕੈਟੇਗਰੀ ਸੀ। ਜੋਗ ਮਤ ਵੀ ਸੀ, ਸੰਨਿਆਸੀ ਮਤ ਵੀ ਸੀ, ਫਿਰ ਬ੍ਰਾਹਮਣ ਮਤ ਵੀ ਸੀ, ਇਸਲਾਮ ਮਤ ਵੀ ਸੀ। ਉਹਨਾਂ ਧਾਰਮਿਕ ਸੋਚ ਵਾਲਿਆਂ ਦੇ ਕੋਲ ਵੱਖ-ਵੱਖ ਸ਼ਬਦ ਸਨ। ਉਹਨਾਂ ਸ਼ਬਦਾਂ ਦੀ ਵਿਆਖਿਆ ਉਹ ਆਪਣੇ ਤਰੀਕੇ ਨਾਲ ਕਰਦੇ ਸਨ। ਗੁਰੂ ਸਾਹਿਬ ਉਹਨਾਂ ਦੇ ਰੀਅਲ ਮੀਨਿੰਗ, ਰੀਅਲ ਡੈਫੀਨੇਸ਼ਨ ਸਾਡੇ ਸਾਹਮਣੇ ਰੱਖੀ। ਉਹ ਜਿੰਨੇ ਧਰਮ ਸਨ, ਉਹ ਸਿਰਫ ਇਹੀ ਸਿਖਾਉਂਦੇ ਸੀ ਕਿ ਤੂੰ ਆਹ ਕਰਮ ਕਰੇਂਗਾ, ਤੈਨੂੰ ਆਹ ਹੋ ਜਾਏਗਾ। ਉਹ ਧਰਮ ਦੇ ਕਰਮ ਸਿਖਾਉਂਦੇ ਸਨ, ਪਰ ਸਤਿਗੁਰੂ ਧਰਮ ਨੂੰ ਜਿਉਣਾ ਸਿਖਾਉਂਦੇ ਸਨ। ਇੱਕ ਸੀ ਉਸ ਵੇਲੇ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਸਾਡੇ ਕੋਈ ਭਾਂਡਿਆਂ ਨੂੰ ਹੱਥ ਨਾ ਲਾਵੇ, ਸਾਡੇ ਕੋਈ ਕੱਪੜਿਆਂ ਨੂੰ ਟੱਚ ਨਾ ਕਰੇ, ਅਪਰਸ਼ ਨੇ, ਇਹ ਕਿਸੇ ਨੂੰ ਛੂੰਹਦੇ ਨਹੀਂ। ਉਹਨਾਂ ਨੂੰ ਬੜਾ ਉੱਤਮ ਮੰਨਿਆ ਜਾਂਦਾ ਸੀ। ਫਿਰ ਕਹਿੰਦੇ ਸੀ ਇਹ ਕੁਛ ਇਸ ਤਰ੍ਹਾਂ ਦਾ ਖਾਂਦੇ ਪੀਂਦੇ ਨਹੀਂ, ਇਹ ਵੈਸ਼ਨੂ ਨੇ। ਫਿਰ ਕਹਿੰਦੇ ਸੀ ਇਹ ਭਗਉਤੀ ਨੇ ਜੀ, ਭਗਵੰਤ ਦੇ ਯਾਨੀ ਰੱਬ ਦੇ ਭਗਤ ਨੇ। ਫਿਰ ਕਹਿੰਦੇ ਸੀ ਜੀ ਇਹ ਪੰਡਿਤ ਹੈ ਜੀ, ਬੜਾ ਗਿਆਨਵਾਨ ਹੈ ਜੀ। ਇਸ ਤਰ੍ਹਾਂ ਦੇ ਜਿਹੜੇ ਸ਼ਬਦ ਸਨ, ਸਤਿਗੁਰੂ ਕਹਿਣ ਲੱਗੇ ਇਹ ਸਿਰਫ ਕਰਮਾਂ ਨਾਲ ਨਹੀਂ ਗੱਲ ਬਣੇਗੀ। ਜੇ ਤੁਸੀਂ ਕਰਮ ਉਸ ਤਰ੍ਹਾਂ ਦੇ ਕਰ ਰਹੇ ਹੋ, ਆਪਣੇ ਆਪ ਨੂੰ ਕਹਾਉਂਦੇ ਹੋ, ਇੱਦਾਂ ਨਹੀਂ, ਜਿਉਣਾ ਪਵੇਗਾ। ਉਹ ਰੀਅਲ ਡੈਫੀਨੇਸ਼ਨ ਜਿਹੜੀ ਹੈ ਇਹਨਾਂ ਸ਼ਬਦਾਂ ਦੀ ਅੱਜ ਦੀ ਇਸ ਅਸ਼ਟਪਦੀ ਵਿੱਚ ਹੈ। ਆਓ ਸਿੱਖੀਏ ਜੀ। ਸ਼ਲੋਕ ਔਰ ਧਾਰਾ ਜੋ ਅੰਤਰ ਨਾਮ। ਸੁਖਮਨੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਇਸ ਵਿੱਚ 8-8 ਪਦਿਆਂ ਦੀਆਂ ਅਸ਼ਟਪਦੀਆਂ ਨੇ, 24। ਹਰ ਪਦੇ ਦੇ ਵਿੱਚ 10-10 ਪੰਕਤੀਆਂ ਨੇ ਤੇ ਹਰ ਅਸ਼ਟਪਦੀ ਤੋਂ ਪਹਿਲਾਂ ਇੱਕ ਸ਼ਲੋਕ ਹੁੰਦਾ ਹੈ। ਇਸ ਸ਼ਲੋਕ ਵਿੱਚ ਸਤਿਗੁਰੂ ਜੀ ਕਹਿੰਦੇ ਜਿਹਦੇ ਹਿਰਦੇ ਵਿੱਚ ਹਰ ਵੇਲੇ ਰੱਬੀ ਉਪਦੇਸ਼ ਵਸਦੇ ਨੇ, ਜਿਹਦੇ ਹਿਰਦੇ ਵਿੱਚ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ, ਉਹਦੀ ਭੈ ਭਾਵਨੀ ਵਸਦੀ ਹੈ। ਸਰਬ ਮੈਂ ਪੇਖੈ ਭਗਵਾਨ, ਜੋ ਸਾਰਿਆਂ ਵਿੱਚੋਂ ਵਾਹਿਗੁਰੂ ਜੀ ਦੀ ਜੋਤ ਨੂੰ ਮਹਿਸੂਸ ਕਰਦੇ ਨੇ, ਹਰ ਵਿੱਚੋਂ ਉਸ ਰੱਬ ਨੂੰ ਦੇਖਦੇ ਨੇ। ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਨਿਮਖ ਨਿਮਖ ਹਰ ਪਲ ਹਰ ਛਿਨ ਉਹ ਰੱਬ ਨੂੰ ਸਮਰਪਿਤ ਹੁੰਦੇ ਨੇ। ਨਮਸਕਾਰ ਕਰਨ ਦੇ ਅਰਥ ਹੈ ਸਮਰਪਿਤ ਹੋਣਾ। ਮੱਥਾ ਟੇਕਣ ਦੇ ਅਰਥ ਇਹ ਨਹੀਂ ਹੁੰਦੇ ਕਿ ਮੱਥਾ ਟੇਕਿਆ ਤੇ ਮੰਗ ਲਿਆ। ਮੱਥਾ ਟੇਕਣ ਦੇ ਅਰਥ ਹੈ ਹੁਕਮ ਮੰਨਣ ਲਈ ਤਿਆਰ ਹੋਣਾ, ਕਿ ਮੈਂ ਤੁਹਾਡਾ ਹੁਕਮ ਮੰਨਣ ਲਈ ਤਿਆਰ ਹਾਂ। ਫਿਰ ਸੰਗਤ ਵਿੱਚ ਬੈਠ ਕੇ ਉਸ ਹੁਕਮ ਨੂੰ ਸਮਝਣਾ ਹੈ, ਆਪਣੇ ਆਪ ਨਾਲ ਸੈਲਫ ਕਮਿਟਮੈਂਟ ਕਰਨੀ ਹੈ, ਫਿਰ ਮੰਨਣ ਦੇ ਲਈ ਜ਼ਿੰਦਗੀ 'ਚ ਆਪਾ ਵਾਰ ਦੇਣਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬੀ ਉਪਦੇਸ਼ ਵਸਦੇ, ਰੱਬ ਦੀ ਭੈ ਭਾਵਨੀ ਮਿੱਠੀ ਮਿੱਠੀ ਯਾਦ ਵਸਦੀ ਹੈ, ਜਿਹੜੇ ਹਰ ਇੱਕ ਵਿੱਚੋਂ ਰੱਬ ਨੂੰ ਦੇਖਦੇ ਨੇ, ਜੋ ਹਰ ਪਲ ਹਰ ਛਿਨ ਉਸ ਠਾਕੁਰ ਮਾਲਕ ਵਾਹਿਗੁਰੂ ਨੂੰ ਸਮਰਪਿਤ ਹੁੰਦੇ ਨੇ, ਫੁੱਲੀ ਡੈਡੀਕੇਟਡ, ਫੁੱਲੀ ਸਰੈਂਡਰ ਹੁੰਦੇ ਨੇ, ਉਹਦੇ ਨਿਯਮਾਂ ਨੂੰ ਫੋਲੋ ਕਰਦੇ ਨੇ, ਉਹਦੇ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਂਦੇ ਨੇ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਕਹਿੰਦੇ ਅਸਲੀ ਉਹ ਧਰਮੀ ਹੈ ਅਪਰਸ਼। ਉਹ ਕਹਿੰਦੇ ਜੀ ਇਹ ਜੂਠੇ ਨੂੰ ਹੱਥ ਨਹੀਂ ਲਾਉਂਦਾ ਜੀ, ਇਹਦੇ ਭਾਂਡਿਆਂ ਨੂੰ ਕੋਈ ਹੱਥ ਨਾ ਲਾਵੇ, ਇਹਦੇ ਕੱਪੜਿਆਂ ਨੂੰ ਕੋਈ ਹੱਥ ਨਾ ਲਾਵੇ, ਕਿਸੇ ਨੂੰ ਟੱਚ ਨਹੀਂ ਕਰਦੇ, ਅਪਰਸ਼ ਨੇ। ਸਤਿਗੁਰੂ ਕਹਿੰਦੇ ਉਹ ਦੁਨੀਆਦਾਰੀ ਦੇ ਖਿਆਲਾਂ ਝੰਜਟਾਂ ਨੂੰ ਸਪਰਸ਼ ਹੀ ਨਹੀਂ ਕਰਦੇ। ਉਹ ਹਰ ਵੇਲੇ ਵਾਹਿਗੁਰੂ ਜੀ ਦੀ ਯਾਦ ਵਿੱਚ ਜਿਉਂਦੇ ਨੇ। ਸਗਲ ਨਿਸਤਾਰਾ ਹੈ। ਉਹ ਰੱਬੀ ਉਪਦੇਸ਼ਾਂ ਨੂੰ ਦੁਨੀਆ ਤੇ ਵੰਡਦੇ ਨੇ ਤੇ ਹਰ ਇੱਕ ਦੇ ਸੁਭਾਅ ਨੂੰ, ਸੋਚ ਨੂੰ ਸੰਵਾਰ ਦਿੰਦੇ ਨੇ। ਬੁਰੀਆਂ ਆਦਤਾਂ ਵਿੱਚ, ਚਿੰਤਾਵਾਂ ਵਿੱਚ, ਦੁੱਖਾਂ ਵਿੱਚ ਡੁੱਬਣ ਤੋਂ ਬਚਾ ਲੈਂਦੇ ਨੇ। ਨਿਸਤਾਰਾ ਅਸ਼ਟਪਦੀ ਹੁਣ 8-8 ਪਦਿਆਂ ਦੀਆਂ ਵਾਹਿਗੁਰੂ 10-10 ਪੰਕਤੀਆਂ ਦੇ 8 ਪਦੇ ਨੇ, 8 ਪਦਿਆਂ ਦੀ ਅਸ਼ਟਪਦੀ ਹੈ। ਮਿਥਿਆ ਨਾਹੀ ਰਸਨਾ ਪਰਸ, ਬੁਰੀਆਂ ਵਿਚਾਰਾਂ ਕਰਨੀਆਂ, ਨਿੰਦਾ ਚੁਗਲੀ ਦੀਆਂ ਵਿਚਾਰਾਂ ਕਰਨੀਆਂ, ਲੋਭ ਲਾਲਚ ਹੰਕਾਰ ਦੇ ਬੋਲ ਬੋਲਣੇ, ਉਹ ਆਪਣੀ ਰਸਨਾ ਨਾਲ ਇਹੋ ਜਿਹੀ ਮਿਥਿਆ ਫਜ਼ੂਲ ਦੀ ਵਿਚਾਰਧਾਰਾ ਨੂੰ ਸਪਰਸ਼ ਹੀ ਨਹੀਂ ਕਰਦੇ। ਭਾਵ ਨਾ ਉਹ ਨਿੰਦਾ ਚੁਗਲੀ ਵਿੱਚ ਪੈਂਦੇ ਨੇ, ਨਾ ਉਹ ਹੰਕਾਰ ਦੇ ਬੋਲ ਬੋਲਦੇ ਨੇ, ਨਾ ਹੀ ਉਹ ਨਫ਼ਰਤ ਦੇ ਬੋਲ ਬੋਲਦੇ ਨੇ,
ਉਹਨਾਂ ਦੀ ਸੁਰਤ ਜ਼ੁਬਾਨ ਰਾਹੀਂ ਇਸ ਤਰ੍ਹਾਂ ਦੇ ਰਸਾਂ ਨੂੰ ਸਪਰਸ਼ ਨਹੀਂ ਕਰਦੀ। ਮਨ ਮਹਿ ਪ੍ਰੀਤ ਨਿਰੰਜਨ ਦਰਸ, ਕਿਉਂਕਿ ਹਰ ਵੇਲੇ ਉਹਨਾਂ ਦੇ ਅੰਦਰ ਇੱਕ ਪਿਆਰ ਹੈ। ਉਹ ਹੈ ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝਣਾ, ਮਹਿਸੂਸ ਕਰਨਾ ਵਾਹਿਗੁਰੂ ਜੀ ਮੇਰੇ ਅੰਦਰ ਨੇ ਤੇ ਹਰ ਥਾਂ ਤੇ ਵਾਹਿਗੁਰੂ ਜੀ ਦੀ ਜੋਤ ਹੈ। ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ, ਗੁਣ ਬਣ ਕੇ, ਬਖਸ਼ਾਂ ਬਣ ਕੇ ਹਰ ਥਾਂ ਤੇ ਨੇ। ਉਹ ਇਸ ਦੀਦਾਰੇ ਝਲਕ ਵਿੱਚ ਜਿਉਂਦੇ ਨੇ। ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਉਹ ਕਿਸੇ ਦਾ ਬੁਰਾ ਕਰਨ ਵਾਸਤੇ ਕਿਸੇ ਦੇ ਰੂਪ ਤੇ ਲੁਭਾਈਮਾਨ ਹੋ ਕੇ ਆਪਣੇ ਅੰਦਰ ਮੈਲੀ ਸੋਚ ਨਹੀਂ ਰੱਖਦੇ, ਅੱਖਾਂ ਦੇ ਨਾਲ ਉਸ ਤਰ੍ਹਾਂ ਦਾ ਨਹੀਂ ਦੇਖਦੇ। ਉਹ ਰਿਸ਼ਤਿਆਂ ਦੀ ਸੁਚਮਤਾ ਨੂੰ ਸਮਝਦੇ ਨੇ, ਉਹ ਰਿਸ਼ਤਿਆਂ ਦੀ ਮਰਿਆਦਾ ਨੂੰ ਨਿਭਾਉਂਦੇ ਨੇ। ਸਾਧ ਕੀ ਟਹਿਲ ਸੰਤ ਸੰਗ ਹੇਤ, ਉਹਨਾਂ ਦੇ ਅੰਦਰ ਗੁਰੂ ਦੀ ਸੇਵਾ, ਗੁਰੂ ਦਾ ਹੁਕਮ ਮੰਨਣਾ, ਗੁਰੂ ਪਾਤਸ਼ਾਹ ਦੇ ਮਿਸ਼ਨ ਤੇ ਤੁਰਨਾ, ਗੁਰੂ ਪਾਤਸ਼ਾਹ ਦੇ ਮਿਸ਼ਨ ਤੇ ਤੁਰ ਕੇ ਦੂਜਿਆਂ ਦੇ ਲਈ ਜਿਉਣਾ, ਇਹਨੂੰ ਕਹਿੰਦੇ ਨੇ ਸਾਧ ਕੀ ਟਹਿਲ। ਇੱਥੋਂ ਪ੍ਰਾਪਤ ਹੁੰਦੀ ਹੈ ਗੁਰੂ ਦੀ ਸੰਗਤ ਵਿੱਚੋਂ। ਪਿੱਛੇ ਜ਼ਿਕਰ ਆਇਆ ਸੀ ਨਾ, ਸਾਧ ਸੰਗ, ਗੁਰੂ ਦੀ ਸੰਗਤ ਕਰਨ ਦਾ ਤਰੀਕਾ ਦੱਸਿਆ ਸੀ। ਗੁਰੂ ਦੀ ਸੰਗਤ ਕਰਨ ਦਾ ਅਰਥ ਹੈ ਕਿ ਗੁਰੂ ਦੇ ਉਪਦੇਸ਼ ਚੰਗੇ ਲੱਗਣੇ, ਮੰਨ ਲੈਣੇ, ਸੋਚ ਤੇ ਸੁਭਾਅ ਬਦਲ ਜਾਣਾ। ਉਹਨਾਂ ਦਾ ਸਤਸੰਗਤ ਨਾਲ ਬੜਾ ਪਿਆਰ ਹੁੰਦਾ ਹੈ, ਉਹਨਾਂ ਨੂੰ ਸੰਗਤ ਕਰਨੀ ਆਉਂਦੀ ਹੈ। ਹਰ ਵੇਲੇ ਅੰਦਰ ਇੱਕ ਪ੍ਰੀਤ ਬਣੀ ਹੁੰਦੀ ਹੈ, ਮੈਂ ਗੁਰੂ ਦੇ ਉਪਦੇਸ਼ ਨੂੰ ਮੰਨਾਂ ਤੇ ਆਪਣੇ ਆਪ ਨੂੰ ਹਰ ਪਲ ਬਦਲਦਾ ਰਹਾਂ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਉਹ ਆਪਣੇ ਕੰਨਾਂ ਨਾਲ ਨਿੰਦਾ ਸੁਣਨ ਦਾ ਰਸ ਨਹੀਂ ਮਾਣਦੇ। ਜਿੱਥੇ ਨਿੰਦਾ ਹੁੰਦੀ ਹੈ ਉੱਥੇ ਉਹ ਬੈਠਦੇ ਨਹੀਂ, ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਜੇ ਕਿਤੇ ਚੰਗੀਆਂ ਗੱਲਾਂ ਹੁੰਦੀਆਂ ਨੇ ਉੱਥੇ ਨਿੰਦਾ ਹੋਣ ਲੱਗ ਜਾਵੇ, ਉੱਠ ਕੇ ਚਲੇ ਜਾਂਦੇ ਨੇ, ਬਚਦੇ ਨੇ ਇਸ ਨੂੰ। ਉਹ ਸਿਰਫ ਸੁਣਦੇ ਤੇ ਪੜ੍ਹਦੇ ਨਹੀਂ, ਜ਼ਿੰਦਗੀ 'ਚ ਮੰਨਦੇ ਵੀ ਨੇ ਤੇ ਜਿਉਂਦੇ ਵੀ ਨੇ। ਸਭ ਤੇ ਜਾਣੈ ਆਪਸ ਕੋ ਮੰਦਾ, ਉਹ ਆਪਣੇ ਆਪ ਨੂੰ ਸਾਰਿਆਂ ਤੋਂ ਨਿਮਾਣਾ ਸਮਝਦੇ ਨੇ, ਨੀਵਾਂ ਸਮਝਦੇ ਨੇ। ਹਰ ਇੱਕ ਵਿੱਚੋਂ ਗੁਣਾਂ ਨੂੰ ਦੇਖਦੇ ਨੇ, ਗੁਣਾਂ ਨੂੰ ਦੇਖ ਕੇ ਉਹਨੂੰ ਚੰਗਾ ਸਮਝਦੇ ਨੇ। ਜਿਹੜਾ ਗੁਣਾਂ ਨੂੰ ਦੇਖਦਾ ਅੰਦਰੋਂ ਸੰਤੁਸ਼ਟ ਹੁੰਦਾ ਹੈ, ਜਿਹੜਾ ਦੂਸਰੇ ਦੇ ਔਗੁਣਾਂ ਨੂੰ ਦੇਖਦਾ ਉਹ ਨਾ ਸੰਤੁਸ਼ਟੀ ਵਿੱਚ ਜਿਉਂਦਾ ਹੈ। ਨਾ ਸੰਤੁਸ਼ਟੀ ਦੇ ਵਿੱਚ ਹਿਡਨ ਸਟ੍ਰੈਸ ਪੈਦਾ ਹੋ ਜਾਂਦਾ ਹੈ, ਇੱਕ ਹਿਡਨ ਟੈਨਸ਼ਨ ਕ੍ਰੀਏਟ ਹੋ ਜਾਂਦੀ ਹੈ, ਮਨ ਖਿਜਣ ਲੱਗ ਜਾਂਦਾ ਹੈ। ਗੁਣਾਂ ਨੂੰ ਦੇਖਾਂਗੇ, ਚੰਗਿਆਈਆਂ ਨੂੰ ਦੇਖਾਂਗੇ, ਮਨ ਸੰਤੁਸ਼ਟ ਹੁੰਦਾ ਹੈ। ਚਾਰ ਚੁਫੇਰੇ ਬਹੁਤ ਕੁਝ ਐਸਾ ਹੁੰਦਾ ਜਿਹੜਾ ਚੰਗਾ ਵਾਪਰ ਰਿਹਾ, ਉਹਦੇ ਵੱਲ ਧਿਆਨ ਰੱਖਣਾ ਹੈ। ਉਹ ਆਪਣੇ ਆਪ ਨੂੰ ਨੀਵਾਂ ਮੰਨਦੇ ਨੇ। ਜੇ ਕਿਸੇ ਦੀ ਬੁਰਾਈ ਦੇਖਦੇ ਨੇ, ਕਿਸੇ ਦਾ ਔਗਣ ਦੇਖਦੇ ਨੇ, ਉਹਦੇ ਤੇ ਤਰਸ ਕਰਦੇ ਨੇ, ਨਫ਼ਰਤ ਨਹੀਂ ਕਰਦੇ। ਆਖੋ ਵਾਹਿਗੁਰੂ, ਕਿਉਂਕਿ ਉਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਵਿਕਾਰਾਂ ਦੀ ਜ਼ਹਿਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦੇ ਨੇ। ਉਹ ਆਪਣੇ ਅੰਦਰ ਬੁਰੀਆਂ ਆਦਤਾਂ ਦੀ ਜ਼ਹਿਰ ਨੂੰ, ਬੁਰੀਆਂ ਆਦਤਾਂ ਦੇ ਰਸਾਂ ਦੀ ਜ਼ਹਿਰ ਨੂੰ ਜ਼ਿੰਦਗੀ 'ਚੋਂ ਕੱਢ ਦਿੰਦੇ ਨੇ। ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ, ਉਹ ਮਨ ਦੀ ਬਾਸ਼ਨਾ ਜਿਹੜੀ ਹੈ, ਲੋਭ, ਲਾਲਚ, ਹੰਕਾਰ, ਨਫ਼ਰਤ, ਨਿੰਦਾ, ਚੁਗਲੀ ਦੇ ਰਸਾਂ ਦੀ ਬਾਸ਼ਨਾ ਨੂੰ ਮਨ ਦੇ ਵਿੱਚੋਂ ਦੂਰ ਕਰ ਦਿੰਦੇ ਨੇ। ਮਨ ਨੂੰ ਉਧਰ ਜਾਣ ਹੀ ਨਹੀਂ ਦਿੰਦੇ, ਮਨ ਨੂੰ ਟਾਲ ਲੈਂਦੇ ਨੇ। ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਉਹ ਆਪਣੇ ਗਿਆਨ ਇੰਦਰੀਆਂ ਨੂੰ ਮੈਨੇਜ ਕਰਕੇ ਰੱਖਦੇ ਨੇ। ਉਹਨਾਂ ਨੂੰ ਜ਼ੁਬਾਨ ਸੰਭਾਲਣੀ ਆਉਂਦੀ ਹੈ, ਉਹਨਾਂ ਨੂੰ ਕੰਨ ਸੰਭਾਲਣੇ ਆਉਂਦੇ ਨੇ। ਸਾਡੇ ਬਾਰੇ ਕੋਈ ਕੀ ਕਹਿੰਦਾ, ਉਹਨਾਂ ਨੂੰ ਕੋਈ ਸਰੋਕਾਰ ਨਹੀਂ, ਕਹੀ ਜਾਣ ਦਿਓ। ਉਹ ਕਿਸੇ ਦੀਆਂ ਬੁਰਾਈਆਂ ਦੀ ਚਰਚਾ ਨਹੀਂ ਕਰਦੇ, ਉਹਨਾਂ ਨੂੰ ਜ਼ੁਬਾਨ ਸੰਭਾਲਣੀ ਆਉਂਦੀ ਹੈ। ਉਹ ਖਿੱਝ ਕੇ ਬੋਲਣ ਤੋਂ ਪਹਿਲਾਂ ਚੁੱਪ ਕਰ ਜਾਂਦੇ ਨੇ। ਬੋਲਿਆ ਜਾਵੇ ਤੇ ਰੱਬ ਤੋਂ ਮਾਫੀਆਂ ਮੰਗਦੇ। ਕੌੜਾ ਨਹੀਂ, ਉਹ ਮਿੱਠੇ ਬੋਲ ਬੋਲਦੇ ਨੇ। ਮਿੱਠੇ ਬੋਲ ਮਨ ਨੂੰ ਮੋਹ ਲੈਂਦੇ ਨੇ। ਉਹ ਆਪਣੇ ਆਪ ਨੂੰ, ਜੀਵਨ ਨੂੰ ਮੈਨੇਜ ਕਰਕੇ ਰੱਖਦੇ ਨੇ। ਇਹ ਉਹਨਾਂ ਦੀ ਰਹਿਤ ਹੈ। ਜੀਵਨ ਨੂੰ ਮੈਨੇਜ ਰੱਖਣਾ, ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਮੈਨੇਜ ਕਰਨਾ, ਸੋਚਾਂ ਵਿਚਾਰਾਂ ਨੂੰ ਮੈਨੇਜ ਕਰਨਾ, ਜਜ਼ਬਿਆਂ ਭਾਵਨਾਵਾਂ ਨੂੰ ਮੈਨੇਜ ਕਰਨਾ, ਇਹ ਅੰਦਰਲੀ ਰਹਿਤ ਹੁੰਦੀ ਹੈ। ਆਖੋ ਜਿੰਨੀ ਇੱਕ ਹੈ ਸ਼ਬਦ ਮਰਿਆਦਾ, ਮਰਿਆਦਾ ਬਾਹਰਲੇ ਕਰਮ ਨੇ, ਪੰਜ ਕਕਾਰ ਪੈਨ ਨੇ। ਫਿਰ ਜਿੰਨੇ ਧਰਮ ਦੇ ਕਰਮ ਨੇ, ਮਰਿਆਦਾ ਹੈ। ਇਹਦੇ 'ਚੋਂ ਸਿੱਖਣਾ ਹੈ। ਉਹਦਾ ਸੰਬੰਧ ਕਿਸੇ ਉਪਦੇਸ਼ ਨਾਲ ਹੈ, ਉਪਦੇਸ਼ ਅੰਦਰਲੀ ਰਹਿਤ ਨਾਲ ਹੈ। ਨਾਨਕ ਕੋਟ ਮਦੇ ਕੋ ਐਸਾ ਅਪਰਸ, ਸਤਿਗੁਰੂ ਕਹਿੰਦੇ ਅਸਲੀ ਅਪਰਸ ਉਹ ਨੇ। ਅਸਲੀ ਜੀਵਨ ਉਹ ਹੈ ਜਦੋਂ ਅਸੀਂ ਕਹਿੰਦੇ ਨਾ ਵੀ ਇਹਨੂੰ ਕੋਈ ਟੱਚ ਨਾ ਕਰੋ ਜੀ, ਕਿਸੇ ਨੂੰ ਛੂੰਹਦੇ ਨਹੀਂ ਜੀ। ਸਤਿਗੁਰੂ ਕਹਿੰਦੇ ਇਹ ਕੋਈ ਐਡੀ ਮਹਾਨਤਾ ਨਹੀਂ। ਆਪਣੇ ਅੰਦਰ ਜਿਹੜੇ ਇਸ ਤਰ੍ਹਾਂ ਦੇ ਰਸਾਂ ਕਸਾਂ ਵਿੱਚ
ਆਪਣੇ ਆਪ ਨੂੰ ਟੱਚ ਹੀ ਨਹੀਂ ਹੋਣ ਦਿੰਦੇ, ਮਨ ਨੂੰ ਬਚਾ ਕੇ ਰੱਖਦੇ ਨੇ, ਮੈਨੇਜ ਕਰਦੇ ਨੇ। ਇਹ ਨਾਨਕ ਜੀ, ਉਹ ਕਰੋੜਾਂ ਵਿੱਚੋਂ ਇੱਕ ਹੁੰਦੇ ਨੇ ਤੇ ਉਹ ਅਸਲੀ ਅਪਰਸ਼ ਹੈ। ਅੱਗੇ ਕਹਿੰਦੇ ਜੀ ਇਹ ਵੈਸ਼ਨੂੰ ਹੈ ਜੀ, ਕੁਝ ਖਾਂਦਾ ਪੀਂਦਾ ਨਹੀਂ ਜੀ। ਸਤਿਗੁਰੂ ਕਹਿੰਦੇ ਉਹ ਤਾਂ ਸਰੀਰਕ ਕਿਰਿਆ ਹੈ। ਅਸਲੀ ਵੈਸ਼ਨੂੰ ਕੌਣ ਹੁੰਦਾ ਹੈ? ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਜੋ ਬਖਸ਼ਿਸ਼ ਦੇ ਪਾਤਰ ਹੁੰਦੇ ਨੇ, ਜਿਨ੍ਹਾਂ ਤੇ ਵਾਹਿਗੁਰੂ ਜੀ ਤਰੁੱਠਦੇ ਨੇ। ਜਦੋਂ ਵਾਹਿਗੁਰੂ ਜੀ ਖੁਸ਼ ਹੁੰਦੇ ਨੇ ਨਾ, ਉਹ ਐਸੀ ਗੋਡ ਗਿਫਟ ਦਿੰਦੇ ਨੇ ਜਿਹੜੀ ਹਰ ਇੱਕ ਕੋਲੇ ਨਹੀਂ ਹੁੰਦੀ। ਜਿਹੜੀ ਚੀਜ਼ ਵਾਹਿਗੁਰੂ ਜੀ ਖੁਸ਼ ਹੋ ਕੇ ਦਿੰਦੇ ਨੇ, ਉਹਨੂੰ ਆਸਾ ਰਾਗ ਦੀ ਵਾਰ ਵਿੱਚ ਜੋ ਗੁਰੂ ਘਰਾਂ ਵਿੱਚ ਕੀਰਤਨ ਕੀਤਾ ਜਾਂਦਾ, ਉਸ ਵਿੱਚ ਕੀ ਹੈ? ਉਹ ਕਰਾਮਾਤ ਹੁੰਦੀ ਹੈ। ਨਾਨਕ ਸਾ ਕਰਾਮਾਤ ਸਾਹਿਬ ਤੁਠਾ ਜੋ ਮਿਲੇ। ਅਸਲੀ ਵੈਸ਼ਨੂੰ ਨੇ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਉਹ ਜਿਹੜਾ ਸੰਸਾਰ ਵਿੱਚ ਇਹ ਸਭ ਕੁਝ ਪੈਦਾ ਕੀਤਾ ਵਾਹਿਗੁਰੂ ਜੀ ਨੇ, ਜਿਹੜਾ ਖਿੱਚ ਕੇ ਰੋਂਗ ਡਾਇਰੈਕਸ਼ਨ ਵੱਲ ਲਿਜਾਂਦਾ, ਉਹਦੇ ਤੋਂ ਆਪਣੇ ਆਪ ਨੂੰ ਭਿੰਨ ਰੱਖਦੇ ਨੇ। ਉਹ ਆਪਣੇ ਅੰਦਰ ਉਸ ਤਰ੍ਹਾਂ ਦੀ ਅਟੈਂਸ਼ਨ ਬਣਨੀ ਨਹੀਂ ਦਿੰਦੇ। ਅਰਦਾਸਾਂ ਕਰਦੇ ਨੇ, ਰੱਬੀ ਉਪਦੇਸ਼ ਨੂੰ ਮੰਨਦੇ ਨੇ, ਉਹਦੀ ਭੈ ਭਾਵਨੀ ਵਿੱਚ ਰਹਿ ਕੇ ਜੀਵਨ ਨੂੰ ਮੈਨੇਜ ਕਰਦੇ ਨੇ। ਕਰਮ ਕਰਤ ਹੋਵੈ ਨਿਹ ਕਰਮ, ਉਹ ਕਰਮ ਕਰਦੇ ਨੇ, ਉਹਦੇ 'ਚ ਉਲਝਦੇ ਨਹੀਂ। ਦੁਨੀਆ ਨਾਲ ਵਰਤੋਂ ਵਿਵਹਾਰ ਕਰਦੇ ਨੇ, ਉਹਦੇ 'ਚ ਉਲਝਦੇ ਨਹੀਂ। ਉਹ ਆਪਾ ਵਾਰ ਦਿੰਦੇ ਨੇ, ਕੋਈ 0% ਵੀ ਲੋਭ ਲਾਲਚ ਨਹੀਂ, ਲੈਣ ਦੀ ਬਿਰਤੀ ਨਹੀਂ ਉਹਨਾਂ ਦੀ, ਕਾਮਨਾਵਾਂ ਨਹੀਂ ਹੈ। ਉਹ ਤਾਂ ਜ਼ਿੰਮੇਵਾਰੀਆਂ ਸਮਝ ਕੇ ਕਰਮ ਕਰਦੇ ਨੇ, ਫਲ ਦੀ ਇੱਛਾ ਨਹੀਂ, ਨਿਹ ਕਰਮ। ਉਹ ਦੂਜਿਆਂ ਦੇ ਭਲੇ ਲਈ ਜਿਉਂਦੇ ਨੇ। ਇਹ ਨਹੀਂ ਕਿ ਮੇਰਾ ਪ੍ਰਭਾਵ ਪਵੇ ਜਾਂ ਦੁਨੀਆ ਮੈਨੂੰ ਮੰਨੇ ਜਾਂ ਮੈਨੂੰ ਇਹਦੇ 'ਚੋਂ ਫਾਇਦਾ ਮਿਲੇ। ਕਹਿੰਦੇ ਨੇ ਤਾਂ ਮੇਰੀ ਜ਼ਿੰਮੇਵਾਰੀ ਲਾਈ ਹੈ, ਮੇਰੇ ਗੁਰੂ ਪਿਤਾ ਦਾ ਮਿਸ਼ਨ ਹੈ। ਇਸ ਵੈਸ਼ਨੋ ਕਾ ਨਿਰਮਲ ਧਰਮ। ਸਤਿਗੁਰੂ ਕਹਿੰਦੇ ਅਸਲੀ ਵੈਸ਼ਨੂ ਉਹ ਨੇ ਤੇ ਉਹਨਾਂ ਦਾ ਧਰਮ ਬੜਾ ਪਵਿੱਤਰ ਹੈ, ਨਿਰਮਲ ਹੈ। ਕਿਉਂਕਿ ਕਾਹੂ ਫਲ ਕੀ ਇੱਛਾ ਨਹੀਂ ਬਾਛਾ। ਉਹ ਕਰਮ ਕਰਦੇ ਨੇ, ਜ਼ਿੰਮੇਵਾਰੀ ਸਮਝ ਕੇ ਆਪਾ ਵਾਰ ਦਿੰਦੇ ਨੇ, ਫਲ ਦੀ ਇੱਛਾ ਨਹੀਂ ਰੱਖਦੇ। ਇਹ ਆਪੇ ਵਾਹਿਗੁਰੂ ਜੀ ਜਾਣਨ ਤੇ ਫਿਰ ਵਾਹਿਗੁਰੂ ਜੀ ਕਲਾ ਵਰਤਾਉਂਦੇ ਨੇ। ਕੇਵਲ ਭਗਤ ਕੀਰਤਨ ਸੰਗ ਰਾਚੈ। ਉਹ ਰੱਬ ਦੀ ਭਗਤੀ, ਰੱਬੀ ਉਪਦੇਸ਼ ਵਿੱਚ ਜਿਉਣਾ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ, ਉਹਦੀਆਂ ਵਡਿਆਈਆਂ ਦਾ ਕੀਰਤਨ ਸੁਣਨਾ, ਕਰਨਾ, ਉਸ ਨੂੰ ਸਮਝਣਾ, ਜ਼ਿੰਦਗੀ 'ਚ ਸਮਾਉਣਾ ਤੇ ਜ਼ਿੰਦਗੀ ਜਿਉਣਾ, ਇਹਦੇ ਵਿੱਚ ਰਚੇ ਰਹਿੰਦੇ ਨੇ, ਭਿੱਜੇ ਰਹਿੰਦੇ ਨੇ। ਮਨ ਤਨ ਅੰਤਰ ਸਿਮਰਨ ਗੋਪਾਲ। ਉਹਨਾਂ ਦੇ ਮਨ ਵਿੱਚ ਤੇ ਤਨ ਵਿੱਚ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਬਣੀ ਹੁੰਦੀ ਹੈ। ਉਹਨਾਂ ਦੀਆਂ ਸੋਚਾਂ ਵਿੱਚ ਰੱਬ ਦੀ ਭੈ ਭਾਵਨੀ ਹੁੰਦੀ ਹੈ। ਉਹਨਾਂ ਦੇ ਵਿਚਾਰਾਂ ਵਿੱਚ ਰੱਬੀ ਪਿਆਰ ਹੁੰਦਾ ਹੈ। ਉਹਨਾਂ ਦੇ ਕਰਮਾਂ ਵਿੱਚ ਰੱਬ ਨੂੰ ਸਮਰਪਿਤ ਹੋਣ ਦੀ ਪਰਉਪਕਾਰੀ ਭਾਵਨਾ ਹੁੰਦੀ ਹੈ। ਸਭ ਉੱਪਰ ਹੋਵਤ ਕਿਰਪਾਲ। ਉਹ ਸਾਰਿਆਂ ਤੇ ਤਰਸ ਕਰਦੇ ਨੇ। ਕਿਸੇ ਦੇ ਔਗਣ ਦੇਖ ਕੇ ਨਫ਼ਰਤ ਨਹੀਂ ਕਰਦੇ, ਖਿੱਝਦੇ ਨਹੀਂ, ਉਹ ਤਰਸ ਕਰਦੇ ਨੇ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੇ ਬੋਲ ਅਸਲੀ ਕਾਉਂਸਲਿੰਗ ਬਣ ਜਾਂਦੇ ਨੇ, ਦੂਸਰੇ ਦੀ ਸੋਚ ਨੂੰ, ਸੁਭਾਅ ਨੂੰ ਬਦਲ ਕੇ ਰੱਖ ਦਿੰਦੇ ਨੇ। ਆਪ ਦਿਰੜੈ ਅਵਰਾਹ ਨਾਮ ਜਪਾਵੈ। ਉਹ ਰੱਬੀ ਉਪਦੇਸ਼ਾਂ ਨੂੰ ਆਪ ਮੰਨਦੇ ਨੇ ਤੇ ਦੂਸਰਿਆਂ ਨੂੰ ਮੰਨਣ ਦੀ ਪ੍ਰੇਰਨਾ ਦਿੰਦੇ ਨੇ। ਉਹ ਆਪ ਰੱਬ ਦੀ ਮਿੱਠੀ ਯਾਦ ਤੇ ਭੈ ਭਾਵਨੀ ਸ਼ੁਕਰਾਨੇ ਵਿੱਚ ਜਿਉਂਦੇ ਨੇ, ਹੋਰਨਾਂ ਨੂੰ ਉਪਦੇਸ਼ ਕਰਦੇ ਨੇ, ਆਪ ਜਪਦੇ ਨੇ, ਹੋਰਨਾਂ ਨੂੰ ਜਪਾਉਂਦੇ। ਨਾਨਕ ਉਹ ਵੈਸ਼ਨੂ ਪਰਮਗਤ ਪਾਵੈ। ਹੈ ਨਾਨਕ ਜੀ, ਅਸਲੀ ਵੈਸ਼ਨੂ ਇਹ ਜੀਵਨ ਹੈ ਤੇ ਉਹਨਾਂ ਦੀ ਅਵਸਥਾ ਪਰਮਗਤ ਹੋਰਾਂ ਨਾਲੋਂ ਉੱਚੀ ਹੁੰਦੀ ਹੈ, ਨਵੇਕਲੇ ਹੁੰਦੇ ਨੇ। ਉਹ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਸਾਰਾ ਦੇ ਪਾਤਰ ਬਣਦੇ ਨੇ। ਅੱਗੇ ਕਹਿੰਦੇ ਜੀ ਇਹ ਰੱਬ ਦਾ ਭਗਤ ਹੈ ਜੀ, ਭਗਉਤੀ ਹੈ ਜੀ, ਇਹ ਗਾ ਗਾ ਕੇ ਨੱਚਦਾ ਟੱਪਦਾ ਜੀ। ਸਤਿਗੁਰੂ ਕਹਿੰਦੇ ਇਹ ਤਾਂ ਬਾਹਰਲੇ ਕਰਮ ਨੇ, ਸਰੀਰਕ ਕਰਮ ਨੇ। ਅਸਲੀ ਭਗਉਤੀ ਕੌਣ ਹੈ? ਭਗਉਤੀ ਭਗਵੰਤ ਭਗਤ ਕਾ ਰੰਗ। ਜਿਹੜੇ ਰੱਬ ਦੇ ਪਿਆਰ ਵਿੱਚ ਭਿੱਜੇ ਹੁੰਦੇ ਨੇ, ਉਹਦੀ ਭੈ ਭਾਵਨੀ ਵਿੱਚ ਜਿਉਂਦੇ ਨੇ, ਆਪਾ ਵਾਰ ਦਿੰਦੇ ਨੇ, ਉਹਨਾਂ ਦਾ ਜੀਵਨ ਹੀ ਭਗਤੀ ਬਣ ਜਾਂਦਾ ਹੈ। ਉਹ ਅਸਲੀ ਭਗਉਤੀ ਨੇ। ਸਗਲ ਤਿਆਗੈ ਦੁਸ਼ਟ ਕਾ ਸੰਗ। ਉਹ ਜਿਹੜੀਆਂ ਬੁਰੀਆਂ ਪ੍ਰਵਿਰਤੀਆਂ ਵਾਲੇ ਹੁੰਦੇ ਨੇ ਨਾ, ਉਹਨਾਂ ਦਾ ਪ੍ਰਭਾਵ ਨਹੀਂ ਕਬੂਲਦੇ, ਸਗੋਂ ਉਹਨਾਂ ਨੂੰ ਬਦਲ ਦਿੰਦੇ ਨੇ। ਜੇ ਬੱਚਿਆਂ ਤੇ ਮਾਪੇ ਮਿਹਨਤ ਕਰਨਗੇ, ਬਚਪਨ ਤੋਂ ਗੁਰੂ ਵਿਰਸਾ ਸਿਖਾਉਣਗੇ, ਟੀਨ ਏਜ ਤੋਂ ਗੁਰਬਾਣੀ ਦੇ ਅਰਥ ਸਿਖਾਉਣਗੇ, ਬਚਪਨ ਤੇ ਟੀਨ ਏਜ ਵਿੱਚ ਕੀਤੀ ਹੋਈ ਮਿਹਨਤ ਉਹਦੀ ਨੀਂਹ ਪੱਕੀ ਕਰ ਦਿੰਦੀ ਹੈ। ਜਿਉਂ-ਜਿਉਂ ਉਹਨਾਂ ਦੀ ਨੀਂਹ ਪੱਕੀ ਹੋਏਗੀ, ਮਾਪੇ ਬੇਫਿਕਰ ਹੋ ਜਾਣਗੇ। ਉਹਨਾਂ ਨੂੰ ਇੱਦਾਂ ਮਹਿਸੂਸ ਹੋਏਗਾ, ਮੇਰਾ ਪੁੱਤ ਕਿਸੇ ਕੁਸੰਗੀ ਦੇ ਪ੍ਰਭਾਵ ਵਿੱਚ ਨਹੀਂ ਆ ਸਕਦਾ, ਸਗੋਂ ਕੁਸੰਗੀ ਨੂੰ ਬਦਲ ਸਕਦਾ। ਆਖੋ ਵਾਹਿਗੁਰੂ। ਕਿਉਂਕਿ ਦੁਸ਼ਟ ਦਾ ਸੰਗ ਨਹੀਂ ਕਰਦੇ। ਉਹ ਅਸਲੀ ਧਰਮੀ ਉਹ ਹੁੰਦੇ ਨੇ, ਜਿੱਥੇ ਪਤਾ ਲੱਗੇ ਕਿ ਇਹ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ, ਉੱਥੇ ਪਾਸੇ ਹਟ ਜਾਂਦੇ ਨੇ। ਅੱਜ ਲੋੜ ਹੈ ਇਹਨਾਂ ਦੇਸ਼ਾਂ ਵਿੱਚ ਬੱਚਿਆਂ ਨੂੰ ਇਹ ਗੱਲ ਸਿਖਾਉਣ ਦੀ ਕਿ ਤੁਹਾਡੇ ਫਰੈਂਡ ਸਰਕਲ ਦੇ
ਨੂੰ ਵਾਚ ਆਊਟ ਕਰੋ, ਇੱਕ ਫਿਲਟਰ ਲਾਓ। ਜਿਹੜੇ ਆਪਣੇ ਪੇਰੈਂਟਸ ਨੂੰ ਇਗਨੋਰ ਕਰਦੇ ਨੇ, ਆਪਣੇ ਰਿਲੀਜੀਅਨ ਨੂੰ, ਧਰਮ ਨੂੰ ਇਗਨੋਰ ਕਰਦੇ ਨੇ, ਜਿਹੜੇ ਸਿੱਖੀ, ਗੁਰਮਤ, ਗੁਰੂ ਦੀਆਂ ਸਿੱਖਿਆਵਾਂ ਨੂੰ, ਗੁਰਬਾਣੀ ਨੂੰ ਇਗਨੋਰ ਕਰਦੇ ਨੇ, ਉਹਨਾਂ ਤੋਂ ਪਿੱਛੇ ਹਟ ਜਾਓ, ਉਹਨਾਂ ਦਾ ਸੰਗ ਨਹੀਂ ਕਰਨਾ। ਅਸਲੀ ਧਰਮੀ ਉਹ ਹੈ ਜਿਹੜੇ ਐਸੀ ਪ੍ਰਵਿਰਤੀ, ਦੁਸ਼ਟ ਪ੍ਰਵਿਰਤੀ ਵਾਲਿਆਂ ਦਾ ਸੰਗ ਨਹੀਂ ਕਰਦੇ। ਮਨ ਤੇ ਬਿਨਸਾ ਸਗਲਾ ਭਰਮ, ਉਹਨਾਂ ਦੇ ਅੰਦਰ ਕੋਈ ਭੁਲੇਖਾ ਨਹੀਂ, ਕੋਈ ਭਰਮ ਨਹੀਂ। ਉਹਨਾਂ ਨੂੰ ਆਪਣੇ ਆਪ ਤੇ ਸ਼ੁਕਰਾਨਾ ਹੁੰਦਾ ਏ, ਮਾਣ ਹੁੰਦਾ ਏ ਕਿ ਮੈਂ ਗੁਰੂ ਦੇ ਮਾਰਗ ਤੇ ਤੁਰਦਾ, ਗੁਰੂ ਪਾਤਸ਼ਾਹ ਦੀ ਰਹਿਮਤ ਦਾ ਪਾਤਰ ਹਾਂ। ਉਹਨਾਂ ਨੂੰ ਕੋਈ ਭਰਮ ਨਹੀਂ ਕਿਸੇ ਕਿਸਮ ਦਾ। ਨਾ ਉਹ ਦੁਨਿਆਵੀ ਭਰਮ ਭੁਲੇਖਿਆਂ ਵਿੱਚ ਪੈਂਦੇ ਨੇ, ਨਾ ਉਹ ਕਰਮ ਕਾਂਡਾਂ ਵਿੱਚ ਪੈਂਦੇ ਨੇ, ਤੇ ਨਾ ਉਹ ਵਹਿਮਾਂ ਭਰਮਾਂ ਵਿੱਚ ਪੈਂਦੇ ਨੇ। ਕਰ ਪੂਜੈ ਸਗਲ ਪਾਰ ਬ੍ਰਹਮ, ਉਹ ਤਾਂ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜਿਉਂਦੇ ਨੇ। ਉਹਨਾਂ ਨੂੰ ਰੱਬ ਦੀ ਅਸਲੀ ਪੂਜਾ ਕਰਨੀ ਆ ਗਈ, ਜਿਹੜੀ ਸਾਧ ਸੰਗ ਪਾਪਾਂ ਮਲ ਖੋਵੈ, ਗੁਰੂ ਕੀ ਸੰਗਤ ਦੇ ਵਿੱਚ। ਜਪਜੀ ਸਾਹਿਬ ਜੀ ਦੀ 20ਵੀਂ ਪੌੜੀ ਦਾ ਉਪਦੇਸ਼ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਉਹ ਸੁਣਦੇ ਨੇ, ਮੰਨਦੇ ਨੇ, ਆਪਣੇ ਅੰਦਰੋਂ ਬੁਰੀਆਂ ਆਦਤਾਂ ਦੀ, ਬੁਰੇ ਵਿਚਾਰਾਂ ਦੀ, ਬੁਰੀਆਂ ਸੋਚਾਂ ਦੀ, ਬੁਰੀਆਂ ਭਾਵਨਾਵਾਂ ਦੀ, ਬੁਰੇ ਜਜ਼ਬਿਆਂ ਦੀ, ਬੁਰੀ ਖਿੱਚ ਦੀ ਇਹ ਮੈਲ ਧੋ ਲੈਂਦੇ ਨੇ। ਆਖੋ ਵਾਹਿਗੁਰੂ। ਉਹਨਾਂ ਨੂੰ ਗੁਰੂ ਦੀ ਸੰਗਤ ਕਰਨੀ ਆ ਗਈ। ਇਸ ਭਗਉਤੀ ਕੀ ਮਤ ਉੱਤਮ ਹੋਵੇ, ਅਸਲੀ ਭਗਉਤੀ ਉਹ ਜੀਵਨ ਹੈ। ਉਹਨਾਂ ਦੀ ਮਤ, ਉਹਨਾਂ ਦੀ ਸੋਚ ਦੁਨੀਆ ਨਾਲ ਉੱਚੀ ਹੁੰਦੀ ਹੈ। ਉਹਨਾਂ ਦੇ ਵਿਜ਼ਨ, ਨਿਸ਼ਾਨੇ ਉੱਚੇ ਹੁੰਦੇ ਨੇ। ਭਗਵੰਤ ਕੀ ਟਹਿਲ ਕਰਾ ਨਿਤ ਨੀਤ, ਉਹ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਰੱਬ ਦੀ ਸੇਵਾ ਸਮਝਦੇ ਨੇ। ਉਹ ਦੂਜਿਆਂ ਦਾ ਭਲਾ ਕਰਦੇ ਨੇ, ਉਸ ਨੂੰ ਗੁਰੂ ਦੀ ਚਾਕਰੀ ਸਮਝਦੇ ਨੇ। ਉਹ ਰੱਬ ਦੇ ਚਾਕਰ ਬਣ ਕੇ ਜਿਉਂਦੇ ਨੇ, ਗੁਰੂ ਦੇ ਚਾਕਰ ਬਣ ਕੇ ਜਿਉਂਦੇ ਨੇ। ਹਰ ਵੇਲੇ ਇਸ ਟਹਿਲ ਦੇ ਵਿੱਚ, ਇਸ ਚਾਕਰੀ ਵਿੱਚ ਲੱਗੇ ਰਹਿੰਦੇ ਨੇ। ਉਹਨਾਂ ਦੇ ਬੋਲ ਦੂਜਿਆਂ ਦਾ ਭਲਾ ਕਰਦੇ ਨੇ। ਉਹ ਕਹਿੰਦੇ ਮੈਂ ਤਾਂ ਗੁਰੂ ਦਾ ਚਾਕਰ ਹਾਂ, ਮੈਂ ਕੁਛ ਨਹੀਂ ਕੀਤਾ, ਤਾਂ ਮੇਰੇ ਗੁਰੂ ਨੇ ਕੀਤਾ ਹੈ। ਮਨ ਤਨ ਅਰਪੈ ਬਿਸ਼ਨ ਪ੍ਰੀਤ, ਉਹ ਹਰ ਵੇਲੇ ਆਪਣੇ ਮਨ ਨੂੰ, ਵਿਚਾਰਾਂ ਨੂੰ, ਸੋਚਾਂ ਨੂੰ, ਜਜ਼ਬਿਆਂ ਨੂੰ, ਭਾਵਨਾਵਾਂ ਨੂੰ ਤੇ ਸਰੀਰ ਦੇ ਕਰਮਾਂ ਨੂੰ ਵਾਹਿਗੁਰੂ ਜੀ ਦੀ ਪ੍ਰੀਤ ਨੂੰ ਸਮਰਪਿਤ ਕਰ ਦਿੰਦੇ ਨੇ। ਦੂਜਿਆਂ ਲਈ ਜਿਉਣਾ ਸਿੱਖ ਜਾਂਦੇ ਨੇ। ਹਰ ਕੇ ਚਰਨ ਹਿਰਦੈ ਵਸਾਵੈ, ਰੱਬ ਦੇ ਚਰਨ, ਰੱਬ ਦੇ ਗੁਣ ਨੇ। ਉਹ ਰੱਬ ਦੇ ਗੁਣਾਂ ਨੂੰ ਹਿਰਦੇ 'ਚ ਵਸਾਉਂਦੇ ਨੇ ਤੇ ਉਹਨਾਂ ਗੁਣਾਂ ਨੂੰ ਦੂਸਰਿਆਂ ਦੇ ਲਈ ਵਰਤਦੇ ਨੇ। ਪਰਉਪਕਾਰੀ ਜੀਵਨ ਜਿਉਂਦੇ ਨੇ। ਰੱਬੀ ਚਰਨ ਗੁਰੂ ਦੇ ਉਪਦੇਸ਼ ਵੀ ਨੇ, ਉਹਨੂੰ ਹਿਰਦੇ 'ਚ ਵਸਾਉਂਦੇ ਨੇ। ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ, ਇਹ ਨਾਨਕ ਜੀ ਜਿਹੜੇ ਇਸ ਤਰ੍ਹਾਂ ਦੇ ਭਗਉਤੀ ਜੀਵਨ ਵਾਲੇ ਨੇ, ਉਹ ਰੱਬ ਦੀ ਬਖਸ਼ਿਸ਼ ਨੂੰ ਪਾ ਲੈਂਦੇ ਨੇ। ਰੱਬ ਨੂੰ ਹਾਜ਼ਰ ਨਾਜ਼ਰ ਸਮਝਣ ਦਾ ਅਹਿਸਾਸ, ਵਿਸ਼ਵਾਸ ਪ੍ਰਾਪਤ ਕਰ ਲੈਂਦੇ ਨੇ। ਅੱਗੋਂ ਹੁਣ ਪੰਡਿਤ ਦੀ ਵਿਆਖਿਆ ਦਿੰਦੇ ਸੀ, ਜਿਹਦੇ ਕੋਲ ਬਹੁਤ ਸਾਰਾ ਗਿਆਨ ਹੈ, ਜਿਹੜਾ ਬਹੁਤ ਸਾਰਾ ਗਿਆਨ ਦੂਜਿਆਂ ਨੂੰ ਵੰਡਦਾ ਹੈ, ਪੰਡਿਤ ਹੈ। ਸਤਿਗੁਰੂ ਕਹਿੰਦੇ ਤਾਂ ਗਿਆਨ ਪ੍ਰਾਪਤ ਕਰਨਾ ਤੇ ਵੰਡਣਾ ਤਾਂ ਬਾਹਰਲੀ ਕਿਰਿਆ ਹੈ, ਅਸਲ ਤਾਂ ਗਿਆਨ ਨੂੰ ਜਿਉਣਾ ਹੈ। ਆਖੋ ਵਾਹਿਗੁਰੂ। ਇੱਥੇ ਗੱਲ ਯਾਦ ਰੱਖਿਓ, ਜਦੋਂ ਪੜ੍ਹਦੇ ਹਾਂ, ਸੁਣਦੇ ਹਾਂ, ਇਹ ਤਾਂ ਇਨਫੋਰਮੇਸ਼ਨ ਹੈ, ਨੌਲੇਜ ਨਹੀਂ ਹੈ, ਜਾਣਕਾਰੀ ਹੈ, ਗਿਆਨ ਨਹੀਂ ਹੈ। ਜਦੋਂ ਉਸ ਨੂੰ ਮੰਨਾਂਗੇ, ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਜੋ ਅਨੁਭਵਤਾ ਹੈ, ਉਹ ਅਸਲੀ ਗਿਆਨ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਅਸਲੀ ਪੰਡਿਤ ਤਾਂ ਉਹ ਹੈ ਜੋ ਆਪਣੇ ਮਨ ਨੂੰ ਮੈਨੇਜ ਕਰਦਾ ਹੈ, ਹਰ ਵੇਲੇ ਵਿਚਾਰਾਂ ਨੂੰ, ਸੋਚਾਂ ਨੂੰ ਸੋਧਦਾ ਰਹਿੰਦਾ ਹੈ, ਸਹੀ ਡਾਇਰੈਕਸ਼ਨ ਵੱਲ ਲਾਉਂਦਾ ਹੈ। ਰਾਮ ਨਾਮ ਆਤਮ ਮੈਂ ਸੁਧ ਹੈ, ਆਪਣੇ ਅੰਦਰ ਰੱਬੀ ਉਪਦੇਸ਼ਾਂ ਨੂੰ ਸਮੋ ਕੇ ਆਪਣੇ ਆਪ ਨੂੰ ਸੋਧਦਾ ਹੈ, ਆਪਣੇ ਅੰਦਰਲੇ ਜੀਵਨ ਨੂੰ ਸੋਧਦਾ ਹੈ। ਆਤਮ ਮੈਂ ਸੁਧ ਹੈ, ਹਰ ਵੇਲੇ ਰੱਬੀ ਉਪਦੇਸ਼ਾਂ ਨਾਲ ਆਪਣੇ ਅੰਦਰਲੇ ਵਿਚਾਰਾਂ ਨੂੰ, ਸੋਚਾਂ ਨੂੰ ਸੰਵਾਰ ਲੈਂਦਾ ਹੈ, ਸ਼ਿੰਗਾਰ ਲੈਂਦਾ ਹੈ, ਸਹੀ ਦਿਸ਼ਾ ਵੱਲ ਲਾ ਲੈਂਦਾ ਹੈ। ਉਹ ਅਸਲੀ ਪੰਡਿਤ ਹੈ, ਉਹ ਅਸਲੀ ਗਿਆਨਵਾਨ ਹੈ, ਉਹ ਅਸਲੀ ਵਿਦਵਾਨ ਹੈ। ਹਰ ਗੁਰੂ ਕਾ ਗੁਰਸਿੱਖ ਖੁਦ ਵਿਦਵਾਨ ਹੈ, ਗਿਆਤਾ ਹੈ। ਹਰ ਗੁਰੂ ਕੇ ਗੁਰਸਿੱਖ ਦੇ ਕੋਲ ਰੱਬੀ ਉਪਦੇਸ਼ ਦਾ, ਗੁਰਬਾਣੀ ਦੇ ਗਿਆਨ ਦਾ ਖਜ਼ਾਨਾ ਹੈ। ਉਹਨੇ ਇਸ ਗਿਆਨ ਦੇ ਖਜ਼ਾਨੇ ਨਾਲ ਆਪਣੇ ਆਪ ਨੂੰ ਸੰਵਾਰਨਾ ਹੈ, ਸ਼ਿੰਗਾਰਨਾ ਹੈ। ਰਾਮ ਨਾਮ ਸਾਰ ਰਸ ਪੀਵੈ, ਉਹ ਰੱਬ ਦੇ ਉਪਦੇਸ਼ਾਂ ਦਾ ਅਸਲੀ ਰਸ ਪੀਂਦੇ ਨੇ। ਅਸਲੀ ਰਸ ਕੀ ਹੈ? ਜ਼ਿੰਦਗੀ 'ਚ ਜਿਉਣਾ, ਸ਼ੁਕਰਾਨੇ ਦੇ ਵਿੱਚ, ਗੁਰੂ ਦੇ ਮਿਸ਼ਨ ਤੇ ਤੁਰਨਾ। ਅਸੀਂ ਉਸ ਗੁਰੂ ਪਿਤਾ ਦੇ ਪੁੱਤਰ ਧੀਆਂ, ਜਿਨ੍ਹਾਂ ਦੂਜਿਆਂ ਲਈ ਜਿਉਇਆ, ਅਸੀਂ ਵੀ ਦੂਜਿਆਂ ਲਈ ਜਿਉਣ ਵਾਸਤੇ ਆਪਾ ਵਾਰ ਦੇਣਾ ਔਰ ਉਸ ਦੇ ਆਨੰਦ ਰਸ ਵਿੱਚ ਜਿਉਣਾ। ਉਹ ਜੋ ਇਸ ਰਸ ਨੂੰ ਪੀਂਦੇ ਨੇ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਅਸਲੀ ਗਿਆਨਵਾਨ ਪੰਡਿਤ ਉਹ ਨੇ,
ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਉਪਦੇਸ਼ ਸੁਣ ਕੇ ਦੁਨੀਆ ਨੂੰ ਆਤਮਿਕ ਜੀਵਨ ਜਿਉਣਾ ਆ ਜਾਂਦਾ ਹੈ, ਅਸਲੀ ਜੀਵਨ ਜਿਉਣਾ ਆ ਜਾਂਦਾ ਹੈ। ਹਰ ਕੀ ਕਥਾ ਹਿਰਦਾ ਵਸਾਵੈ, ਉਹ ਰੱਬੀ ਵਿਚਾਰਾਂ ਨੂੰ, ਰੱਬੀ ਉਪਦੇਸ਼ਾਂ ਦੀਆਂ, ਸੰਦੇਸ਼ਾਂ ਦੀਆਂ, ਸੋਚਾਂ ਵਿਚਾਰਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਨੇ। ਸੋ ਪੰਡਿਤ ਫਿਰ ਜੋਨ ਨਾ ਆਵੈ, ਉਹ ਜਿਹੜੇ ਗਿਆਨਵਾਨ ਨੇ ਉਹਨਾਂ ਦਾ ਮਨ ਫਿਰ ਨਾ ਪਸ਼ੂਆਂ ਪ੍ਰਵਿਰਤੀਆਂ ਵਿੱਚ, ਨਾ ਜਾਨਵਰ ਪ੍ਰਵਿਰਤੀਆਂ ਵਿੱਚ, ਭਾਵ ਮਨ ਜਿਹੜਾ ਹੈ ਉਹ ਦੂਸਰੇ ਪਸ਼ੂ ਜਾਨਵਰਾਂ ਦੇ ਸੁਭਾਅ ਵਿੱਚ ਨਹੀਂ ਜਾਂਦਾ। ਸਰੀਰ ਦੀ ਜੂਨੀ ਜਨਮ ਤੋਂ ਲੈ ਕੇ ਮੌਤ ਤੱਕ ਹੈ। ਜਿਸ ਤਰ੍ਹਾਂ ਦਾ ਸਰੀਰ ਮਿਲਿਆ ਉਸ ਨੂੰ ਜੂਨੀ ਕਿਹਾ। ਮਨ ਦੀ ਜੂਨੀ ਸੁਭਾਅ ਹੈ, ਨਿਤ ਬਦਲਦੀ ਹੈ। ਕਦੀ ਪਸ਼ੂਆਂ ਵਰਗਾ, ਕਦੀ ਜਾਨਵਰਾਂ ਵਰਗਾ ਸੁਭਾਅ ਲੈ ਲੈਂਦਾ, ਕਦੀ ਪੱਥਰ ਵਰਗਾ ਸੁਭਾਅ ਲੈ ਲੈਂਦਾ। ਰੱਬ ਨਾ ਕਰੇ ਪਤੀ ਨੂੰ ਪਤਨੀ ਦੀਆਂ ਭਾਵਨਾ ਨਹੀਂ ਸਮਝਣੀਆਂ ਆਈਆਂ। ਉਹ ਆਪਣੀਆਂ ਬੋਡੀ ਲੈਂਗੁਏਜ ਦੇ ਨਾਲ, ਉਹ ਆਪਣੇ ਵੱਲੋਂ ਜੋ ਰਿਐਕਸ਼ਨ ਕਰਦਾ ਹੈ, ਜੋ ਉਹਦੇ ਸਵਾਲਾਂ, ਜਵਾਬਾਂ, ਵਿਚਾਰਾਂ ਨੂੰ ਕਾਊਂਟਰ ਕਰਦਾ ਹੈ, ਉਹ ਜਿਸ ਤਰ੍ਹਾਂ ਦਾ ਬਿਹੇਵ ਕਰਦਾ ਹੈ, ਉਹਦੇ ਕਾਰਨ ਪਤਨੀ ਦੁਖੀ ਹੁੰਦੀ ਹੈ। ਉਹਦਾ ਹਿਰਦਾ ਰੋਂਦਾ ਹੈ, ਉਹਦੇ ਭੁੱਬਾਂ ਨਿਕਲਦੀਆਂ ਨੇ, ਉਹਦੇ ਹੰਝੂ ਨਿਕਲਦੇ ਨੇ, ਪਰ ਉਹ ਪੱਥਰ ਦਿਲ ਹੈ। ਪਤੀ ਦੇ ਮਨ ਤੇ ਅਸਰ ਹੀ ਨਹੀਂ ਪੈ ਰਿਹਾ। ਸਮਝ ਲਓ ਮਨ ਪੱਥਰ ਦੀ ਜੂਨੀ ਭੋਗ ਰਿਹਾ। ਇਸ ਤਰ੍ਹਾਂ ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ, ਬ੍ਰਿਕਸ਼ਾਂ ਦੀਆਂ ਪ੍ਰਵਿਰਤੀਆਂ, ਜਿੰਨੀਆਂ ਬੁਰੀਆਂ ਪ੍ਰਵਿਰਤੀਆਂ ਕਿਸੇ ਵਿੱਚ ਵੀ ਨੇ, ਉਹ ਮਨ ਉਸ ਤਰ੍ਹਾਂ ਦਾ ਸੁਭਾਅ ਚੁੱਕ ਲੈਂਦਾ ਹੈ। ਮਨ ਦੀਆਂ ਜੂਨੀਆਂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਪਰ ਜਿਹੜਾ ਗਿਆਨਵਾਨ ਹੈ ਉਹਦਾ ਮਨ ਜੂਨੀ ਵਿੱਚ ਨਹੀਂ ਜਾਂਦਾ। ਵੇਦ ਪੁਰਾਣ ਸਿਮਰਤ ਬੂਝੈ ਮੂਲ। ਫਿਰ ਧਾਰਮਿਕ ਗ੍ਰੰਥ ਜਿਹੜੇ ਨੇ ਨਾ, ਵੇਦ ਪੁਰਾਣ ਸਿਮਰਤ ਦੇ ਅਰਥ ਹੈ ਧਾਰਮਿਕ ਗ੍ਰੰਥ, ਉਹਨਾਂ ਦੇ ਅਸਲੀ ਮੂਲ ਮੁੱਢ ਨੂੰ ਬੁੱਝ ਜਾਂਦੇ ਨੇ, ਕਿਉਂਕਿ ਉਹ ਉਪਦੇਸ਼ ਰੱਬ ਦੇ ਨਾਲ ਜੋੜਨ ਵਾਸਤੇ ਹੁੰਦੇ ਨੇ। ਅਸਲੀ ਮੂਲ ਨੂੰ ਪਹਿਚਾਣ ਜਾਂਦੇ ਨੇ। ਕੋਈ ਵੀ ਗਿਆਨ, ਕੋਈ ਵੀ ਉਪਦੇਸ਼ ਪੜ੍ਹਨਾ ਹੈ, ਉਹਦਾ ਮੂਲ ਸਮਝਣਾ ਹੈ, ਉਹ ਸਾਨੂੰ ਬਦਲ ਕੇ ਰੱਬੀ ਦਿਸ਼ਾ ਵੱਲ ਲਾਉਣਾ ਚਾਹੁੰਦਾ ਹੈ। ਸ਼ਾਇਦ ਇਸੇ ਲਈ ਗੁਰਬਾਣੀ ਅੰਦਰ ਇਹ ਪੰਕਤੀ ਵੀ ਹੈ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਉਹਨਾਂ ਧਾਰਮਿਕ ਗ੍ਰੰਥਾਂ ਅਨੁਸਾਰ ਦੱਸੇ ਹੋਏ ਧਰਮ ਦੇ ਕਰਮਾਂ ਵਿੱਚ ਨਾ ਉਲਝੋ, ਉਪਦੇਸ਼ ਪ੍ਰਾਪਤ ਕਰੋ। ਰੱਬੀ ਉਪਦੇਸ਼ ਤਾਂ ਹਰ ਵਰਤਾਰੇ ਵਿੱਚੋਂ ਵੀ ਮਿਲ ਜਾਏਗਾ। ਰੱਬੀ ਉਪਦੇਸ਼ ਤਾਂ ਆਤਮਾ ਦੀ ਜ਼ੁਬਾਨ ਵਿੱਚੋਂ ਵੀ ਮਿਲ ਜਾਏਗਾ, ਆਤਮਾ ਦੀ ਆਵਾਜ਼ ਵਿੱਚੋਂ। ਅਸਲੀ ਰੱਬੀ ਉਪਦੇਸ਼ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚੋਂ ਕਮਾਲ ਦਾ ਮਿਲਦਾ ਹੈ। ਸੂਖਮ ਮੈਂ ਜਾਣਾ ਅਸਤੂਲ, ਐਸੇ ਗਿਆਨਵਾਨ ਅਸਲੀ ਪੰਡਿਤ ਉਹ ਨੇ। ਅਸਲੀ ਉਹ ਜੀਵਨ ਹੈ ਗਿਆਨਵਾਨ ਜਿਹੜਾ ਇਹ ਸਾਰੇ ਦਿਖਾਈ ਦੇਣ ਵਾਲੇ ਅਸਤੂਲ ਹੁੰਦਾ, ਵਿਜ਼ੀਬਲ ਪਾਰਟ ਜੋ ਦਿਖਾਈ ਦੇ ਰਿਹਾ, ਇਹਦੇ ਵਿੱਚੋਂ ਸੂਖਮ ਉਹਦੀ ਸ਼ਕਤੀ ਨੂੰ ਸਮਝਣਾ। ਫੁੱਲਾਂ ਨੂੰ ਦੇਖਦੇ ਹਾਂ, ਫੁੱਲ ਖਿੜਦੇ ਨੇ, ਬੂਟਾ ਹਰੇ ਰੰਗ ਦਾ, ਫੁੱਲ ਵੱਖ-ਵੱਖ ਰੰਗਾਂ ਦੇ ਖਿੜਦੇ ਨੇ, ਵੱਖ-ਵੱਖ ਸੁਗੰਧੀਆਂ ਨੇ। ਉਹ ਜਿਹੜੀ ਸ਼ਕਤੀ ਉਹਦੇ 'ਚ ਰੰਗ ਭਰ ਜਾਂਦੀ ਹੈ, ਸੁਗੰਧੀਆਂ ਭਰ ਜਾਂਦੀ, ਉਹ ਸੂਖਮ ਹੈ, ਦਿਸਦੀ ਨਹੀਂ ਹੈ। ਉਹਨੂੰ ਮਹਿਸੂਸ ਕਰਦੇ ਨੇ, ਅਹਿਸਾਸ ਕਰਦੇ ਨੇ, ਫਿਰ ਪਤਾ ਲੱਗਦਾ ਪਿਆਰਾ ਕਿਵੇਂ ਚੋਜ ਵਰਤਾਉਂਦਾ ਹੈ। ਵਾਹਿਗੁਰੂ ਪਿਤਾ ਜੀ ਤਾਂ ਹਰ ਵੇਲੇ ਬੋੜਦੇ ਨੇ, ਹਰ ਥਾਂ ਤੇ ਕੌਤਕ ਵਰਤਾ ਰਹੇ ਨੇ। ਬਸ ਫਿਰ ਜਦੋਂ ਪਿਆਰੇ ਦੇ ਚੋਜ ਸਮਝਾਉਣ ਲੱਗ ਜਾਣ, ਫਿਰ ਪਿਆਰੇ ਦੀ ਗਲਵਕੜੀ ਦਾ ਰਸ, ਪਿਆਰੇ ਦੇ ਚਰਨ ਕਮਲਾਂ ਦੀ ਮੌਜ ਦਾ ਰਸ ਕਮਾਲ ਹੀ ਕਮਾਲ ਹੈ। ਚਹੁ ਵਰਨਾ ਕੋ ਦੇ ਉਪਦੇਸ਼, ਐਸੇ ਧਰਮੀ ਜੀਵਨ ਜਦੋਂ ਬੋਲਦੇ ਨੇ, ਉਹ ਹਰ ਇੱਕ ਨੂੰ ਜ਼ਿੰਦਗੀ ਜਿਉਣ ਦਾ ਉਪਦੇਸ਼ ਮਿਲ ਜਾਂਦਾ ਹੈ। ਉਹ ਕਿਸੇ ਵੀ ਵਰਨ ਨਾਲ ਸੰਬੰਧਿਤ ਹੋਵੇ, ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਉਹਨਾਂ ਦੇ ਉਪਦੇਸ਼ ਯੂਨੀਕ ਹੁੰਦੇ ਨੇ। ਉਹਨਾਂ ਦੇ ਉਪਦੇਸ਼ ਹਰ ਇੱਕ ਜੀਵਨ ਵਾਸਤੇ ਹੁੰਦੇ ਨੇ। ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਇੱਥੇ ਉਸ ਜੀਵਨ ਨੂੰ ਸਦਾ ਸਮਰਪਿਤ ਹੋਣਾ, ਝੁਕਣਾ, ਇੱਕ ਇਸ਼ਾਰਾ ਹੁੰਦਾ ਹੈ ਕਿ ਉਹ ਜੀਵਨ ਬਹੁਤ ਕੀਮਤੀ ਨੇ। ਅਸੀਂ ਵੀ ਆਪਣੇ ਅੰਦਰ ਚਾਉ ਜਗਾਉਣਾ ਹੈ। ਜਦੋਂ ਕਿਸੇ ਅੰਦਰ ਗੁਣ ਦੇਖਿਆ, ਰੱਬ ਦੀ ਮਿੱਟੀ ਮਿੱਟੀ ਯਾਦ ਚੱਲਦੀ ਹੈ, ਉਹ ਭੈ ਭਾਵਨੀ ਵਿੱਚ ਆਉਂਦੇ ਨੇ, ਪਰਉਪਕਾਰ ਕਰਦੇ ਨੇ, ਅੰਦਰ ਭਾਵਨਾ ਜਗਾਉਣੀ ਹੈ, ਉਹ ਜਾਂ ਜੀਵਨ ਮੈਨੂੰ ਵੀ ਮਿਲ ਜਾਵੇ। ਉਹਨੂੰ ਕਹਿੰਦੇ ਨੇ ਆਦੇਸ਼ ਕਰਨਾ, ਉਹਨੂੰ ਕਹਿੰਦੇ ਨੇ ਨਮਸਕਾਰ ਕਰਨੀ, ਉਹਨੂੰ ਕਹਿੰਦੇ ਨੇ ਝੁਕਣਾ ਉਸ ਜੀਵਨ ਦੇ ਅੱਗੇ, ਉਸ ਜੀਵਨ ਦੀ ਵੈਲਿਊ ਸਮਝਣੀ ਔਰ ਉਸ ਨੂੰ ਆਪਣੇ ਅੰਦਰ ਲਿਆਉਣ ਵਾਸਤੇ ਅੰਦਰ ਭਾਵਨਾ ਬਣਾਉਣੀ। ਬੀਜ ਮੰਤਰ ਸਰਬ ਕੋ ਗਿਆਨ, ਸਭ ਤੋਂ ਮੁੱਢਲੀ ਸਲਾਹ ਮੰਤਰ ਉਹ ਗਿਆਨ ਹੈ ਜਿਹੜਾ ਰੱਬੀ ਗਿਆਨ ਹਰ ਇੱਕ ਥਾਂ ਤੇ ਸਮਾਇਆ ਹੋਇਆ ਹੈ। ਕਿਉਂ ਵਰਨਾ ਮੈਂ ਜਪੈ ਕੋ ਨਾਮ, ਕੋਈ ਵੀ ਉਸ ਰੱਬੀ ਉਪਦੇਸ਼ ਨੂੰ ਮੰਨ ਕੇ ਜ਼ਿੰਦਗੀ 'ਚ ਜਿਉਂ ਕੇ ਤਾਂ ਦੇਖੇ।
ਜੋ ਜੋ ਜਪੈ ਤਿਸ ਕੀ ਗਤ ਹੋਏ। ਰੱਬੀ ਉਪਦੇਸ਼ ਨੂੰ ਜਪਣਾ ਹੁੰਦਾ ਹੈ, ਉਹਨੂੰ ਜ਼ਿੰਦਗੀ 'ਚ ਮੰਨਣਾ, ਜ਼ਿੰਦਗੀ 'ਚ ਜਿਉਣਾ। ਪਹਿਲਾਂ ਸਮਝਾਂਗੇ, ਫਿਰ ਮੰਨਣ ਦਾ ਅਭਿਆਸ ਕਰਾਂਗੇ, ਫਿਰ ਉਪਦੇਸ਼ ਵਿਚਾਰਾਂ ਵਿੱਚ ਆਉਂਦਾ ਹੈ, ਸੋਚਾਂ ਵਿੱਚ ਆਉਂਦਾ ਹੈ, ਭਾਵਨਾਵਾਂ ਵਿੱਚ ਆਉਂਦਾ ਹੈ, ਫਿਰ ਜਜ਼ਬੇ ਉਸ ਤਰ੍ਹਾਂ ਦੇ ਬਣਦੇ ਨੇ, ਫਿਰ ਜ਼ਿੰਦਗੀ 'ਚ ਜਿਉਂਦੇ ਹਾਂ। ਉਸ ਨੂੰ ਕਹਿੰਦੇ ਨੇ ਜਪਣਾ। ਜੋ ਵੀ ਇਸ ਤਰ੍ਹਾਂ ਰੱਬੀ ਉਪਦੇਸ਼ ਨੂੰ, ਗਿਆਨ ਰੂਪੀ ਨਾਮ ਨੂੰ ਜਪਦਾ ਹੈ, ਉਹਦੀ ਸੋਚ ਸੁਭਾਅ ਆਮ ਦੁਨੀਆ ਨਾਲੋਂ ਉੱਚਾ ਹੋ ਜਾਂਦਾ ਹੈ। ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਬਣ ਜਾਂਦੀ। ਮਿਲਦੀ ਕਿਵੇਂ? ਸਾਧ ਸੰਗ ਪਾਵੈ ਜਨ ਕੋਏ। ਪਿੱਛੇ ਸਾਧ ਸੰਗ ਦੀ ਅਸ਼ਟਪਦੀ ਆਈ ਸੀ ਨਾ, ਗੁਰੂ ਦੀ ਸੰਗਤ। ਗੁਰੂ ਦੀ ਸੰਗਤ ਕੀ ਹੈ? ਉਪਦੇਸ਼ ਚੰਗੇ ਲੱਗਣੇ, ਮੰਨਣ ਦੀ ਭਾਵਨਾ ਬਣਨੀ, ਵਿਚਾਰਾਂ ਸੋਚਾਂ ਵਿੱਚ ਉਪਦੇਸ਼ ਆ ਜਾਣੇ, ਭਾਵਨਾਵਾਂ ਜਜ਼ਬੇ ਉਸ ਤਰ੍ਹਾਂ ਦੇ ਬਣ ਜਾਣੇ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਸਮਝਾ ਰਹੇ ਨੇ, ਉਪਦੇਸ਼ ਦੇ ਰਹੇ ਨੇ। ਉਸ ਨੂੰ ਜ਼ਿੰਦਗੀ 'ਚ ਜਿਉਣਾ। ਵਿਰਲੇ ਨੇ ਜਿਹੜੇ ਪ੍ਰਾਪਤ ਕਰਦੇ ਨੇ, ਉਹ ਜਨ ਬਣਦੇ ਨੇ, ਚਾਕਰ ਬਣਦੇ ਨੇ। ਉਹਨਾਂ ਨੂੰ ਪਤਾ ਮੇਰੀ ਜ਼ਿੰਦਗੀ ਉਹਦੀ ਚਾਕਰੀ ਹੈ। ਉਹ ਦੂਜਿਆਂ ਲਈ ਜਿਉਂਦੇ ਨੇ। ਜਦੋਂ ਗੁਰੂ ਦੀ ਚਾਕਰੀ ਕਰਦਿਆਂ, ਰੱਬ ਦੀ ਚਾਕਰੀ ਕਰਦਿਆਂ ਕਿਸੇ ਦਾ ਭਲਾ ਕਰਦੇ ਨੇ, ਫਿਰ ਉਹਨਾਂ ਦੇ ਕੋਲ ਧੰਨਵਾਦ ਸ਼ਬਦ, ਕਮਾਲ ਸ਼ਬਦ ਬਹੁਤ ਛੋਟੇ ਹੋ ਜਾਂਦੇ ਨੇ। ਕਰ ਕਿਰਪਾ ਅੰਤਰੇ ਔਰ ਧਾਰਾ ਹੈ। ਉਹ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਬਖਸ਼ਿਸ਼ ਵਸਦੀ ਹੈ। ਉਹਨਾਂ ਦੇ ਹਿਰਦੇ ਵਿੱਚ ਮਿੱਠੀ ਮਿੱਠੀ ਯਾਦ ਰੱਬ ਦੀ ਵਸਦੀ ਹੈ। ਉਹਦੀ ਭੈ ਭਾਵਨੀ, ਉਹਦੇ ਉਪਦੇਸ਼ ਵਸਦੇ ਨੇ। ਪਾਸ਼ ਪ੍ਰੇਤ ਮੁਗਧ ਪਾਥਰ ਕੋ ਤਾਰੈ। ਐਸੇ ਜੀਵਨ ਜਦੋਂ ਦੂਸਰਿਆਂ ਨੂੰ ਸਲਾਹ ਦਿੰਦੇ ਨੇ, ਉਪਦੇਸ਼ ਦਿੰਦੇ ਨੇ, ਸਿਖਾਉਂਦੇ ਨੇ, ਦੱਸਦੇ ਨੇ, ਜਿਹਨੂੰ ਕਾਉਂਸਲਿੰਗ ਕਹਿ ਲਵੋ, ਜਿਹਨੂੰ ਸਮਝਾਉਣਾ ਕਹਿ ਲਵੋ, ਜਿਹਨੂੰ ਮੱਤ ਦੇਣੀ ਸਮਝ ਲਵੋ। ਉਹ ਚਾਹੇ ਫਿਰ ਪਸ਼ੂ ਪ੍ਰਵਿਰਤੀ ਵਾਲਾ ਹੋਵੇ, ਚਾਹੇ ਕੋਈ ਪ੍ਰੇਤ ਪ੍ਰਵਿਰਤੀ ਵਾਲਾ ਹੋਵੇ, ਚਾਹੇ ਕੋਈ ਮੂਰਖ ਪ੍ਰਵਿਰਤੀ ਵਾਲਾ ਹੋਵੇ, ਚਾਹੇ ਕੋਈ ਪੱਥਰ ਪ੍ਰਵਿਰਤੀ ਵਾਲਾ ਹੋਵੇ। ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੈ। ਫਿਰ ਉਹ ਹਰ ਇੱਕ ਦੇ ਮਨ ਨੂੰ ਪਿੰਗਾਲ ਦਿੰਦੇ ਨੇ। ਆਖੋ ਵਾਹਿਗੁਰੂ। ਪੱਥਰ ਮਨ ਵੀ ਪਿੰਗਲ ਜਾਂਦੇ ਨੇ। ਪਸ਼ੂ ਪ੍ਰਵਿਰਤੀਆਂ ਵਾਲੇ ਵੀ ਸੁਧਰ ਜਾਂਦੇ ਨੇ। ਪ੍ਰੇਤ ਪ੍ਰਵਿਰਤੀ ਵਾਲੇ, ਮੂਰਖ ਸੋਚ ਵਾਲੇ ਵੀ ਸੁਧਰ ਜਾਂਦੇ ਨੇ। ਇਹ ਤਾਂ ਰੱਬੀ ਕਲਾ ਜਦੋਂ ਵਾਪਰਦੀ ਹੈ ਨਾ, ਮਨੁੱਖ ਕਹਿੰਦਾ ਨਹੀਂ 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 ਜੀ, ਇਹ ਨਹੀਂ ਬਦਲ ਸਕਦਾ। ਤੈਨੂੰ ਨਹੀਂ ਪਤਾ ਗੁਰੂ ਦੀ ਕਲਾ ਕੀ ਹੁੰਦੀ ਹੈ। ਤੂੰ ਨਹੀਂ ਹਾਲੇ ਸਮਝਿਆ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਕੀ ਹੁੰਦੀ ਹੈ ਤੇ ਉਹਦੀ ਕਲਾ ਦਾ ਪ੍ਰਤਾਪ ਕੀ ਹੁੰਦਾ ਹੈ। ਸਰਬ ਰੋਗ ਕਾ ਔਖਦ ਨਾਮ। ਸਾਡੇ ਸੁਭਾਅ ਵਿੱਚ ਰੋਗ ਨੇ। ਸਾਡੀ ਸੋਚ ਰੋਗੀ ਹੈ, ਸਾਡੇ ਵਿਚਾਰ ਰੋਗੀ ਨੇ, ਸਾਡੀਆਂ ਭਾਵਨਾਵਾਂ ਕਮਜ਼ੋਰ ਨੇ, ਸਾਡੇ ਜਜ਼ਬਾਤ ਕਮਜ਼ੋਰ ਨੇ। ਤੇ ਜਿੰਨੇ ਤਰ੍ਹਾਂ ਦੇ ਇਹ ਅੰਦਰਲੇ ਰੋਗ ਨੇ, ਇਹਦੀ ਦਵਾਈ, ਇਹਦਾ ਇਲਾਜ ਰੱਬੀ ਉਪਦੇਸ਼ ਨੇ। ਉਪਦੇਸ਼ ਨੂੰ ਮੰਨ ਕੇ ਹੀ ਇਹ ਹੰਕਾਰ, ਲੋਭ, ਲਾਲਚ, ਨਫ਼ਰਤ, ਪਸ਼ੂ ਪ੍ਰਵਿਰਤੀਆਂ, ਪੱਥਰ ਮਨ, ਇਹ ਸਾਰੇ ਰੋਗ, ਇਹਦੀ ਦਵਾਈ ਰੱਬੀ ਉਪਦੇਸ਼ ਹੈ। ਉਹ ਔਖਦ ਨਾਮ ਹੈ। ਗੁਰਬਾਣੀ ਦੀਆਂ ਸਿੱਖਿਆਵਾਂ ਨੇ। ਕਲਿਆਣ ਰੂਪ ਮੰਗਲ ਗੁਣਗਾਮ। ਇਹ ਗੁਣ ਮਿਲਦੇ ਨੇ। ਇਹਦੇ ਨਾਲ, ਗੁਣਾਂ ਨਾਲ ਪਰਉਪਕਾਰ ਕਰਨਾ ਆ ਜਾਂਦਾ ਹੈ। ਗੁਣਾਂ ਨੂੰ ਵਰਤਣਾ ਜ਼ਿੰਦਗੀ 'ਚ ਤੇ ਸ਼ੁਕਰਾਨਾ ਕਰਨਾ, ਕਿਉਂਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਫਿਰ ਗੁਣਾਂ ਨੂੰ ਰੱਬ ਦੇ ਸਮਝ ਕੇ, ਰੱਬ ਦੀ ਬਣਾਈ ਖਲਕਤ ਲਈ ਵਰਤਣਾ, ਦੂਜਿਆਂ ਲਈ ਜਿਉਣਾ। ਉਹਨੂੰ ਕਹਿੰਦੇ ਨੇ ਗੁਣਗਾਮ, ਗੁਣ ਗਾਉਣੇ। ਉਹਦੇ ਨਾਲ ਅੰਦਰ ਸ਼ਾਂਤੀ ਬਣਦੀ ਹੈ, ਕਲਿਆਣ ਸਰੂਪ। ਉਹਦੇ ਨਾਲ ਅੰਦਰ ਖੁਸ਼ੀ ਬਣਦੀ ਹੈ, ਮੰਗਲ। ਕਾਹੂ ਜੁਗਤ ਕਿਤੈ ਨਾ ਪਾਈਐ ਧਰਮ। ਹੋਰ ਕੋਈ ਤਰੀਕਾ ਨਹੀਂ ਧਰਮ ਨੂੰ ਪ੍ਰਾਪਤ ਕਰਨ ਦਾ, ਧਰਮੀ ਬਣਨ ਦਾ। ਧਰਮੀ ਬਣਨ ਦਾ ਤਰੀਕਾ ਇੱਕੋ ਇੱਕ ਹੈ ਕਿ ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸੋਚ ਸੁਭਾਅ 'ਤੇ ਲਾਗੂ ਕਰਕੇ ਮੰਨਣਾ, ਆਪਣੇ ਆਪ ਨੂੰ ਬਦਲਣਾ, ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਵਿੱਚ ਗੁਣਾਂ ਵਾਲਾ ਜੀਵਨ ਜਿਉਣਾ, ਰੱਬ ਦੀ ਮਿੱਠੀ ਮਿੱਠੀ ਯਾਦ ਭੈ ਭਾਵਨੀ ਵਿੱਚ ਜਿਉਣਾ ਤੇ ਪਰਉਪਕਾਰ ਦੇ ਮਿਸ਼ਨ ਤੇ ਦੂਜਿਆਂ ਲਈ ਜਿਉਣਾ। ਹੋਰ ਕੋਈ ਤਰੀਕਾ ਨਹੀਂ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਇਹ ਨਾਨਕ ਜੀ ਮਿਲਦਾ ਕਿਹਨਾਂ ਨੂੰ ਹੈ? ਜਿਨ੍ਹਾਂ ਦੀ ਸੋਚ ਵਿਚਾਰ ਦੇ ਵਿੱਚ ਪਹਿਲਾਂ ਲਿਖਿਆ ਜਾਂਦਾ। ਜਦੋਂ ਅਸੀਂ ਚੰਗੇ ਵਿਚਾਰ ਸੁਣਦੇ ਹਾਂ, ਆਪਣੇ ਵਿਰਸੇ ਨੂੰ ਸਮਝਦੇ ਹਾਂ, ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਦੇ ਹਾਂ, ਸਾਡੀ ਵਿਚਾਰਧਾਰਾ ਵਿੱਚ ਲਿਖਿਆ ਜਾਂਦਾ। ਸਾਡੀ ਸੋਚ ਉਸ ਤਰ੍ਹਾਂ ਦੀ ਬਣ ਜਾਂਦੀ ਹੈ। ਸਾਡੇ ਅੰਦਰ ਭਾਵਨਾਵਾਂ ਬਣਦੀਆਂ ਨੇ, ਮੈਂ ਇਸ ਤਰ੍ਹਾਂ ਜਿਉਵਾਂ, ਮੈਂ ਵੀ ਇਹ ਦਾਤ ਪ੍ਰਾਪਤ ਕਰਨਾ। ਜਦੋਂ ਸੋਚ ਸੁਭਾਅ ਵਿੱਚ ਭਾਵਨਾਵਾਂ ਬਣ ਕੇ ਲਿਖਿਆ ਜਾਂਦਾ ਹੈ, ਵਿਚਾਰ ਸੋਚਾਂ ਬਣ ਕੇ ਲਿਖਿਆ ਜਾਂਦਾ ਹੈ, ਫਿਰ ਪ੍ਰਾਪਤੀ ਹੁੰਦੀ ਹੈ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ।
ਜਿਹਦੇ ਮਨ ਵਿੱਚ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਭੈ ਪਾਵਨੀ ਬਸ ਗਈ, ਜਿਹਨੂੰ ਹਰ ਵੇਲੇ ਪਿਆਰੇ ਦੀ ਗਿਲਵਕੜੀ, ਪਿਆਰੇ ਦੇ ਚਰਨ ਕਮਲਾਂ ਦੀ ਮੌਜ, ਪਿਆਰੇ ਦੀ ਯਾਦ ਹਿਰਦੇ ਵਿੱਚ ਵਸ ਗਈ। ਇਸ ਕਾ ਨਾਮ ਸਤ ਰਾਮਦਾਸ। ਉਹਦਾ ਅਸਲੀ ਨਾਮ ਹੈ ਕਿ ਉਹ ਸੱਚਾ ਰੱਬ ਦਾ ਦਾਸ ਬਣ ਗਿਆ ਹੈ, ਚਾਕਰ ਬਣ ਗਿਆ ਹੈ। ਉਹਨੂੰ ਜਿਉਣਾ ਆ ਗਿਆ, ਚਾਕਰੀ ਕਰਨੀ ਆ ਗਈ। ਆਤਮ ਰਾਮ ਤਿਸ ਨਦਰੀ ਆਇਆ। ਉਹਨੂੰ ਅੰਤਰਾਤਮੇ ਹਰ ਥਾਂ ਤੇ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਦਿਸਦੇ ਨੇ। ਉਹਨੂੰ ਅੰਤਰਾਤਮੇ ਮਹਿਸੂਸ ਹੋ ਗਿਆ, ਅਹਿਸਾਸ ਹੋ ਗਿਆ। ਇਹੀ ਰਸ ਹੀ, ਇਹ ਚਾਕਰੀ ਹੀ ਉਹਦੀ ਜ਼ਿੰਦਗੀ ਦਾ ਲਕਸ਼ ਬਣ ਗਿਆ। ਉਹਨੂੰ ਉਹ ਨਹੀਂ ਜਾਣ ਸਕਦੇ ਜਿੰਨਾ ਜਿਉਇਆ ਨਹੀਂ। ਉਹ ਨਹੀਂ ਸਮਝ ਸਕਦੇ ਪੂਰਾ। ਦਾਸ ਦਸੰਤਨ ਭਾਏ ਤੈਨ ਪਾਇਆ। ਉਹ ਤੇ ਆਪਣੇ ਆਪ ਨੂੰ ਪਿਆਰੇ ਦੇ ਚਾਕਰ ਸਮਝ ਕੇ, ਹਰ ਇੱਕ ਦਾ ਦਾਸ ਸਮਝ ਕੇ, ਹਰ ਇੱਕ ਦੇ ਭਲੇ ਲਈ ਪਰਉਪਕਾਰ ਦੇ ਮਿਸ਼ਨ ਤੇ ਤੁਰਦੇ ਨੇ। ਉਹਨਾਂ ਨੇ ਅਸਲੀ ਪਿਆਰੇ ਦੇ ਪ੍ਰੇਮ ਰਸ ਨੂੰ ਪਾ ਲਿਆ। ਭਾਏ ਤੈਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ। ਉਹ ਆਪਣੇ ਪਿਆਰੇ ਨੂੰ ਹਰ ਵੇਲੇ ਅੰਗ ਸੰਗ ਸਮਝਦੇ ਨੇ। ਮਹਿਸੂਸ ਹੁੰਦਾ ਮੇਰਾ ਪਿਆਰਾ ਤਾਂ ਮੇਰੇ ਰੋਮ ਰੋਮ ਵਿੱਚ ਵਸਿਆ, ਉਹ ਤੇ ਹਰ ਵਕਤ ਮੈਨੂੰ ਗਲਵਕੜੀ ਪਾਈ ਬੈਠਾ। ਮੇਰੇ ਸੀਸ ਤੇ ਉਹਦੇ ਚਰਨ ਕਮਲਾਂ ਤੇ ਹਰ ਵੇਲੇ ਮੇਰਾ ਸੀਸ ਝੁਕਿਆ ਹੋਇਆ, ਉਹ ਤੇ ਮੇਰੇ ਅੰਦਰ ਸਮੋਇਆ ਹੋਇਆ। ਸਾਡੀ ਭੁੱਲ ਜਾਣ ਦੀ ਆਦਤ ਹੈ, ਅਸੀਂ ਇਗਨੋਰ ਕਰ ਦਿੰਦੇ ਹਾਂ, ਹੋਰ ਪਾਸੇ ਉਲਝ ਜਾਂਦੇ ਹਾਂ। ਪਿਆਰਾ ਤਾਂ ਹਰ ਵੇਲੇ ਨਾਲ ਨਾਲ ਹੈ। ਸੋ ਦਾਸ ਦਰਗਾਹ ਪ੍ਰਵਾਨ, ਜਿਹੜਾ ਇਸ ਤਰ੍ਹਾਂ ਮਹਿਸੂਸ ਕਰਦਾ ਹੈ, ਗੁਰੂ ਦਾ ਚਾਕਰ ਬਣ ਜਾਂਦਾ ਹੈ, ਰੱਬ ਦਾ ਚਾਕਰ ਬਣ ਜਾਂਦਾ ਹੈ। ਦਾਸ ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ, ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਂਦਾ ਹੈ। ਰੱਬ ਦਾ ਨਿਜ਼ਮ ਉਹਦੇ ਪੱਖ ਵਿੱਚ ਵਰਤਾਰੇ ਵਰਤਾਉਂਦਾ ਹੈ। ਆਪਣੇ ਦਾਸ ਕਹੋ ਆਪ ਕਿਰਪਾ ਕਰ, ਕਿਉਂਕਿ ਜਿਹੜੇ ਉਹਦੇ ਚਾਕਰ ਨੇ, ਦਾਸ ਨੇ, ਵਾਹਿਗੁਰੂ ਜੀ ਉਹਨਾਂ ਤੇ ਬਖਸ਼ਿਸ਼ ਕਰਦੇ ਨੇ। ਉਹਨਾਂ ਨੂੰ ਉਸ ਤਰ੍ਹਾਂ ਦਾ ਸੁਭਾਅ, ਸੋਚ, ਵਿਚਾਰਾਂ ਦੇ ਦਿੰਦੇ ਨੇ ਜਿਹੜੀ ਦੁਨੀਆ ਕੋਲੇ ਨਹੀਂ ਹੁੰਦੀ। ਉਹ ਵੱਖਰੀ ਨਿਵੇਕਲੀ ਸੋਚ ਦੇ ਦਿੰਦੇ ਨੇ, ਨਿਵੇਕਲਾ ਮਿਸ਼ਨ ਦੇ ਦਿੰਦੇ ਨੇ। ਉਹ ਗੋਡ ਗਿਫਟ ਦੇ ਨਾਲ, ਗੋਡ ਗਿਫਟਸ ਦੇ ਨਾਲ, ਰੱਬੀ ਦਾਤਾਂ ਦੇ ਨਾਲ ਲੱਭਾ ਲੱਭ ਭਰੇ ਹੁੰਦੇ ਨੇ। ਇਸ ਦਾਸ ਕੋ ਸਭ ਸੋਝੀ ਪਰੈ, ਉਹਨਾਂ ਨੂੰ ਸੋਝੀ ਆ ਜਾਂਦੀ ਹੈ। ਸਭ ਵਰਤਾਰਿਆਂ ਵਿੱਚ ਵਾਹਿਗੁਰੂ ਜੀ ਨੇ, ਸਭ ਕੁਛ ਉਹਦੇ ਚੋਜ ਨੇ, ਸਭ ਕੁਛ ਉਹਦੇ ਨਿਜ਼ਮ ਵਿੱਚ ਹੈ। ਪੜ੍ਹ ਤਾਂ ਸਾਰੇ ਲੈ ਨਾਨਕ ਹੁਕਮ ਹੈ ਜੇ ਵਾਹਿਗੁਰੂ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਪਰ ਉਹਨਾਂ ਨੂੰ ਸੋਝੀ ਆ ਜਾਂਦੀ, ਉਹਦੇ ਨਿਜ਼ਮ ਵਿੱਚ ਸਭ ਕੁਝ ਚੱਲ ਰਿਹਾ। ਇਸੇ ਲਈ ਉਹ ਜਦੋਂ ਕਿਸੇ ਦੀ ਕਮਜ਼ੋਰੀ ਦੇਖਦੇ ਨੇ, ਕਿਸੇ ਦੀ ਘਾਟ ਦੇਖਦੇ ਨੇ, ਚਾਹੇ ਉਹ ਕਮਜ਼ੋਰੀ ਕਾਰਨ ਉਹਨੇ ਉਹਨਾਂ ਦਾ ਹੀ ਵਿਰੋਧ ਕੀਤਾ ਹੋਵੇ, ਨਿੰਦਾ ਕੀਤੀ ਹੋਵੇ, ਪਰ ਉਹ ਖਿੱਝਦੇ ਨਹੀਂ, ਦੁਖੀ ਨਹੀਂ ਹੁੰਦੇ। ਉਹਨਾਂ ਨੂੰ ਪਤਾ ਹੈ ਕਿ ਜਿਹੋ ਜੀ ਮੱਤ ਹੈ ਉਨੀ ਕੁ ਵਰਤ ਰਹੇ ਨੇ। ਉਹ ਤਰਸ ਕਰਦੇ ਨੇ, ਉਹਨੂੰ ਬਦਲਣ ਦਾ ਯਤਨ ਕਰਦੇ ਨੇ, ਖਿੱਝਦੇ ਨਹੀਂ, ਦੁਖੀ ਨਹੀਂ ਹੁੰਦੇ। ਉਹਨਾਂ ਨੂੰ ਸੋਝੀ ਆ ਜਾਂਦੀ ਹੈ, ਅਸਲੀ ਜੀਵਨ ਜਿਉਣਾ ਆ ਗਿਆ। ਸਗਲ ਸੰਗ ਆਤਮ ਉਦਾਸ, ਉਹ ਅੰਤਰਾਤਮੇ ਹਰ ਵੇਲੇ ਦੁਨਿਆਵੀ ਝੰਜਟਾਂ ਤੋਂ, ਚਿੰਤਾ ਤੋਂ, ਦੁੱਖਾਂ ਤੋਂ, ਲੋਭ ਲਾਲਚ ਤੋਂ, ਰਸਾਂ ਕਸਾਂ ਤੋਂ ਉਦਾਸ ਉਪਰਾਮ ਹੋ ਕੇ ਆਪਣੇ ਆਪ ਨੂੰ ਉਸ ਵਾਹਿਗੁਰੂ ਜੀ ਦੇ ਨਾਲ ਗੂੜੀ ਪ੍ਰੀਤ ਪਾ ਕੇ ਉਹਦੇ ਰਸ ਦਾ ਸੰਗ ਕਰਦੇ ਨੇ, ਜੋ ਹਰ ਥਾਂ ਤੇ ਸਮਾਏ ਹੋਏ ਨੇ। ਐਸੀ ਜੁਗਤ ਨਾਨਕ ਰਾਮਦਾਸ, ਹੈ ਨਾਨਕ ਜੀ, ਐਸੀ ਜੁਗਤ ਉਸ ਪਿਆਰੇ ਦੇ ਚਾਕਰਾਂ ਨੂੰ, ਦਾਸ ਨੂੰ ਵਾਹਿਗੁਰੂ ਜੀ ਦਿੰਦੇ ਨੇ ਆਪਣੇ ਰੱਬੀ ਉਪਦੇਸਾਂ ਰਾਹੀਂ, ਗੁਰੂ ਦੀ ਗੁਰਬਾਣੀ ਰਾਹੀਂ, ਗੁਰੂ ਦੀ ਬਖਸ਼ਿਸ਼ ਰਾਹੀਂ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।